ਅੱਜ ਸਾਡੇ ਨਾਲ ਨੇ ਮਹਾਨ ਸ਼ਖਸੀਅਤ, ਇਲਾਕੇ ਦਾ ਮਾਣ, ਕਾਂਤੀ ਮੋਹਨ ਸਰਪੰਚ। ਸਰਪੰਚ ਸਾਹਿਬ, ਸਭ ਤੋਂ ਪਹਿਲਾਂ ਸਵਾਗਤ ਹੈ ਜੀ ਤੁਹਾਡਾ ਫੂਲੇ ਮਿਸ਼ਨ ਟੀਵੀ ਦੇ ਸਟੂਡੀਓ ਦੇ ਵਿੱਚ। ਟੀਵੀ ਚੈਨਲ ਦੇਖ ਰਹੇ ਸਾਰੇ ਹੀ ਸਤਿਕਾਰਯੋਗ ਸਰੋਤਿਆਂ ਨੂੰ ਮੇਰੇ ਵੱਲੋਂ ਜੈ ਭੀਮ ਜੈ ਭਾਰਤ। ਅੱਜ ਚਰਚਾ ਕਰਾਂਗੇ, ਜਿਵੇਂ 14 ਅਪ੍ਰੈਲ ਨੂੰ ਬਾਬਾ ਸਾਹਿਬ ਭੀਮ ਡਾਕਟਰ ਅੰਬੇਡਕਰ ਜੀ ਦਾ ਜਨਮ ਦਿਨ ਆ ਰਿਹਾ ਹੈ। ਅਸੀਂ ਲੰਬੇ ਸਮੇਂ ਤੋਂ ਜਨਮ ਦਿਨ ਮਨਾਉਂਦੇ ਆ ਰਹੇ, ਗਾਹਾਂ ਮਨਾਉਂਦੇ ਰਹਿਣਾ ਵੀ ਹੈ। ਸੰਗਤਾਂ ਦੇ ਵਿੱਚ, ਸਰੋਤਿਆਂ ਦੇ ਵਿੱਚ ਬਾਬਾ ਸਾਹਿਬ ਭੀਮ ਡਾਕਟਰ ਅੰਬੇਡਕਰ ਜੀ ਨੂੰ ਮੰਨਣ ਵਾਲੇ ਲੋਕਾਂ ਦੇ ਵਿੱਚ ਕਾਫੀ ਚਾਅ ਉਤਸ਼ਾਹ ਹੁੰਦਾ, ਆਪਣੇ ਆਪਣੇ ਤਰੀਕੇ ਦੇ ਨਾਲ ਸਾਰੇ ਮਨਾਉਂਦੇ ਨੇ। ਇਹਦੇ ਤੇ ਆਪਾਂ ਥੋੜੀ ਜਿਹੀ ਚਰਚਾ ਦੂਸਰੇ ਐਂਗਲ ਤੋਂ ਵੀ ਕਰਾਂਗੇ ਕਿ ਹੁਣ ਤੱਕ ਅਸੀਂ ਖੱਟਿਆ ਜਾਂ ਗਵਾਇਆ ਕੀ ਹੈ। ਜਨਮ ਦਿਨ ਮਨਾਉਣੇ ਚਾਹੀਦੇ ਨੇ, ਚੰਗੀ ਗੱਲ ਹੈ। ਚਰਚਾ ਕਰਨੀ ਚਾਹੀਦੀ ਹੈ, ਚੰਗੀ ਗੱਲ ਹੈ। ਉਹਨਾਂ ਦੇ ਜੀਵਨ ਤੇ ਚਰਚਾ ਕਰਨੀ ਚਾਹੀਦੀ ਹੈ, ਚੰਗੀ ਗੱਲ ਹੈ। ਪਰ ਉਹਨਾਂ ਦੇ ਜੀਵਨ ਤੋਂ ਸੇਧ ਕਿੰਨੇ ਕੁ ਲੋਕਾਂ ਨੇ ਲਈ ਆ, ਜਾਂ ਲਈ ਜਾਂ ਨਹੀਂ, ਨਫਾ ਹੋਇਆ ਜਾਂ ਨੁਕਸਾਨ ਹੋਇਆ। ਬਾਬਾ ਸਾਹਿਬ ਭੀਮ ਡਾਕਟਰ ਅੰਬੇਡਕਰ ਜੀ ਕਿਹਾ ਕਰਦੇ ਸਨ ਜਿਉਂਦੇ ਜੀ ਕਿ ਮੇਰਾ ਮਿਸ਼ਨ ਜਿੱਥੋਂ ਤੱਕ ਮੈਂ ਲੈ ਕੇ ਆਇਆ, ਵੀ ਜੇ ਇਹਨੂੰ ਅੱਗੇ ਨਾ ਲੈ ਕੇ ਜਾ ਸਕੇ ਤਾਂ ਇਹਨੂੰ ਪਿੱਛੇ ਵੀ ਮੁੜਨ ਨਾ ਦਿਓ। ਉਹਨਾਂ ਨੂੰ ਬੜੀ ਚਿੰਤਾ ਸੀ ਸਮਾਜ ਦੀ। ਚਰਚਾ ਕਰਾਂਗੇ ਤੇ ਕੀ ਕਹਿਣਾ ਚਾਹੋਗੇ ਬਾਬਾ ਸਾਹਿਬ ਭੀਮ ਡਾਕਟਰ ਅੰਬੇਡਕਰ ਜੀ ਦਾ ਜਨਮ ਦਿਨ 14 ਅਪ੍ਰੈਲ, ਜਿਵੇਂ ਅੱਜ 6 ਅਪ੍ਰੈਲ ਹੋ ਗਈ ਹੈ ਤੇ ਸਿਰਫ 9 ਦਿਨ ਬਾਕੀ ਨੇ। ਵੱਖ-ਵੱਖ ਪਿੰਡਾਂ, ਸ਼ਹਿਰਾਂ, ਕਸਬਿਆਂ ਤੇ ਪੂਰੇ ਦੁਨੀਆ ਭਰ ਦੇ ਵਿੱਚ ਬਾਬਾ ਸਾਹਿਬ ਭੀਮ ਡਾਕਟਰ ਅੰਬੇਡਕਰ ਜੀ ਦਾ ਜਨਮ ਦਿਨ ਵੱਡੇ ਪੱਧਰ ਤੇ ਮਨਾਏ ਜਾਣੇ ਨੇ। ਚਰਚਾਵਾਂ ਹੋਣੀਆਂ, ਉਹਨਾਂ ਦੇ ਜੀਵਨ ਤੇ ਗੱਲ ਹੋਣੀ ਹੈ। ਕੀ ਕਹਿਣਾ ਚਾਹੋਗੇ, ਜੋ ਰਿਜ਼ਰਵੇਸ਼ਨ ਦਿੱਤੀ ਹੈ, ਜੇ ਗੱਲ ਕਰੀਏ ਅਧਿਕਾਰਾਂ ਦੀ, ਉਹ ਵੀ ਸੰਵਿਧਾਨ ਦੇ ਵਿੱਚ, ਉਹ ਵੀ ਲਿਖ ਕੇ, ਉਹ ਵੀ ਪੱਥਰ ਤੇ ਲਕੀਰ ਵਾਹ ਕੇ ਬਾਬਾ ਸਾਹਿਬ ਭੀਮ ਡਾਕਟਰ ਅੰਬੇਡਕਰ ਜੀ ਨੇ ਕੋਈ ਕਸਰ ਨਹੀਂ ਛੱਡੀ। ਰਾਜਨੀਤਿਕ ਰਿਜ਼ਰਵੇਸ਼ਨ, ਉਹਦੇ ਵਿੱਚ ਪ੍ਰਸ਼ਾਸਨਿਕ ਰਿਜ਼ਰਵੇਸ਼ਨ, ਹਰ ਤਰ੍ਹਾਂ ਦੀ ਉਹਨਾਂ ਨੇ ਸਹੂਲਤਾਂ ਦੇ ਅਧਿਕਾਰ ਸਾਨੂੰ ਲਿਖ ਕੇ ਪੱਥਰ ਤੇ ਲਕੀਰ ਕਹਿਣ ਤੋਂ ਭਾਵ ਸੰਵਿਧਾਨ ਦੇ ਵਿੱਚ ਲਿਖ ਕੇ ਦਿੱਤੇ ਨੇ। ਪਰ ਫਿਰ ਵੀ ਅੱਜ ਸਮਾਜ ਜਿੱਥੋਂ ਤੱਕ ਗਿਆ ਹੈ, ਇਹ ਦਿਖਾਈ ਦੇ ਰਿਹਾ ਕਿ ਆਉਣ ਵਾਲਾ ਸਮਾਜ ਦਾ ਖਤਰਨਾਕ ਹੈ। ਜਿੱਥੋਂ ਤੱਕ ਅਸੀਂ ਵਿਦੇਸ਼ਾਂ ਦੇ ਵਿੱਚ ਜਾ ਕੇ ਅਸੀਂ, ਸਾਡੀਆਂ ਕੋਠੀਆਂ ਸੋਹਣੀਆਂ ਬਣੀਆਂ, ਬੰਗਲੇ ਸੋਹਣੇ ਬਣਿਆ, ਕੋਟ ਗੱਡੀਆਂ ਘਰਾਂ ਦੇ ਵਿੱਚ ਆ ਗਈਆਂ, ਪਰ ਆਉਣ ਵਾਲਾ ਸਮਾਂ ਜਿਹੜਾ ਆ ਉਹ ਦਿਖਾਈ ਦੇ ਰਿਹਾ ਕਿ ਬਹੁਤਾ ਚੰਗਾ ਨਹੀਂ ਹੈ। ਸਾਡੇ ਕੋਲ ਐਜੂਕੇਸ਼ਨ ਖੁੱਸਦੀ ਜਾ ਰਹੀ ਹੈ, ਸਾਡੇ ਕੋਲ ਸਿਹਤ ਸਹੂਲਤਾਂ ਖੁੱਸ ਗਈਆਂ ਨੇ, ਸਾਡੇ ਬੱਚਿਆਂ ਦੇ ਲਈ ਰੁਜ਼ਗਾਰ ਕੋਈ ਸਾਧਨ ਨਹੀਂ ਹੈ ਸਰਕਾਰ ਵੱਲੋਂ। ਕੀ ਕਹਿਣਾ ਚਾਹੂੰਗੀ, ਜੇ ਪਹਿਲਾਂ ਆਪਾਂ ਗੱਲ ਕਰੀਏ ਜਿਹੜੇ ਰਾਜਨੀਤਿਕ ਰਿਜ਼ਰਵੇਸ਼ਨ ਲੈ ਕੇ ਪੋਲੀਟੀਕਲ ਲੀਡਰ, ਵੱਖ-ਵੱਖ ਐਮਐਲਏ, ਐਮਪੀ ਜਾਂ ਮੰਤਰੀ ਸੰਤਰੀ ਜਾਂ ਵੱਖ-ਵੱਖ ਕੁਰਸੀਆਂ ਤੇ ਬੈਠੇ ਨੇ, ਕੀ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਨਿਭਾਈ, ਜਾਂ ਤੁਸੀਂ ਕੀ ਕਹਿਣਾ ਚਾਹੋਗੇ? ਜੀ ਬੁੜਾ ਜੀ, ਸਭ ਤੋਂ ਪਹਿਲਾਂ ਤਾਂ ਸਾਨੂੰ ਦੇਖ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਜਨਮ ਦਿਵਸ ਤੇ ਬਹੁਤ-ਬਹੁਤ ਮੁਬਾਰਕਬਾਦ। ਬਾਬਾ ਸਾਹਿਬ ਯੁੱਗ ਪੁਰਸ਼ ਸਨ ਜੀ। ਇਹ ਕਹਿਣ 'ਚ ਕੋਈ ਦੋ ਰਾਵਾਂ ਨਹੀਂ ਕਿ ਉਹਨਾਂ ਨੇ ਨਿਰਪੱਖ ਹੋ ਕੇ ਸਰਕਾਰਾਂ ਨਾਲ ਟੱਕਰ ਲੈ ਕੇ ਆਪਣੇ ਬਹੁਜਨ ਸਮਾਜ ਦੇ ਲਈ, ਮਤਲਬ ਕਿ ਪੂਰੀ ਲੋਕਾਈ ਦੇ ਲਈ ਕਹੀਏ ਤਾਂ ਉਹਨਾਂ ਨੇ ਹਰ ਇੱਕ ਕਮਿਊਨਿਟੀ ਲਈ, ਹਰ ਵਰਗ ਲਈ, ਹਰ ਉਸ ਇਨਸਾਨ ਲਈ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ ਸੰਵਿਧਾਨ ਦੀ ਜਿਹੜੀ ਉਹ ਰਚਨਾ ਕੀਤੀ, ਲਿਖਿਆ, ਔਰ ਸਾਨੂੰ ਬਹੁਤ ਸਾਰੇ ਹੱਕ, ਜਿਹੜੇ ਅਧਿਕਾਰ ਉਹ ਲੈ ਕੇ ਦਿੱਤੇ। ਹੁਣ ਤੁਹਾਡੀ ਗੱਲ ਰਹਿ ਗਈ ਕਿ ਮਤਲਬ ਇਹ ਜਿਹੜਾ ਹੁਣ ਕਾਫਲਾ ਹੈ ਇਹ ਥੋੜਾ ਜਿਹਾ ਰੁਕਦਾ ਨਜ਼ਰ ਆਉਂਦਾ। ਮੇਰੇ ਸਮਝ ਮੁਤਾਬਕ ਕਿ ਜਿਹੜਾ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਜਿੱਡੀ ਵੱਡੀ ਸ਼ਖਸੀਅਤ ਸਨ, ਉਹਨਾਂ ਦਾ ਓਡਾ ਵੱਡਾ ਪ੍ਰਚਾਰ ਔਰ ਪ੍ਰਸਾਰ ਜਿਹੜਾ ਆ ਉਹ ਹੋਣ ਦੇ ਵਿੱਚ ਬਹੁਤ ਜ਼ਿਆਦਾ ਕਮੀ ਜਿਹੜੀ ਆ ਉਹ ਰਹੀ ਆ। ਸਾਡੇ ਸਮਾਜ ਦੇ ਲੋਕਾਂ ਨੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਨਾਮ ਦੇ ਉੱਤੇ ਆਰਗੇਨਾਈਜੇਸ਼ਨਸ ਤਾਂ ਬਣਾਈਆਂ, ਉਹਨਾਂ ਦੇ ਨਾਮ ਦੇ ਉੱਤੇ ਚੈਰੀਟੇਬਲ ਹਸਪੀਟਲ ਵੀ ਬਣਾਏ, ਉਹਨਾਂ ਦੇ ਨਾਮ ਦੇ ਉੱਤੇ ਬਹੁਤ ਜਿਹੜੀਆਂ ਉਹ ਕੰਮ ਜਿਹੜੇ ਆ ਕੀਤੇ ਆ, ਜਿਹੜੇ ਕਿ ਸਾਨੂੰ ਕਰਨੇ ਚਾਹੀਦੇ ਸੀ। ਮੈਂ ਇਸ ਗੱਲ ਤੱਕ ਤਾਂ ਸੀਮਿਤ ਠੀਕ ਹੈ, ਜਿਹੜਾ ਖੁਸ਼ੀ ਹੁੰਦੀ ਹੈ, ਲੇਕਿਨ ਅਸਲ ਜਿਹੜਾ ਕੰਮ ਆ ਉਹ ਉਦੋਂ ਹੋਣਾ ਸੀ। ਮੈਂ ਇਹ ਸੋਚਦਾ ਕਿ ਜੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦਾ ਜਿਵੇਂ ਅਸੀਂ ਹਰ ਸਾਲ ਜਨਮ ਦਿਨ ਮਨਾ ਰਹੇ ਹਾਂ, ਹਰ ਸਾਲ ਪ੍ਰਯੋਗਤਾ ਹੁੰਦੀ, ਹਰ ਸਾਲ ਜਿਹੜਾ ਆ ਜਿਹੜੀਆਂ ਵੀ ਆਰਗੇਨਾਈਜੇਸ਼ਨਸ ਇਹਨੂੰ ਚਲਾ ਰਹੀਆਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਨਾਂ ਤੇ, ਸਟੂਡੈਂਟ ਜਿਹੜਾ ਆ, ਨੌਜਵਾਨ ਜਿਹੜਾ ਉਹ ਰੀੜ੍ਹ ਦੀ ਹੱਡੀ ਹੁੰਦਾ ਆ, ਉਹਨੂੰ ਐਜੂਕੇਟ ਕਰਕੇ ਇਹਨਾਂ ਹੀ ਆਰਗੇਨਾਈਜੇਸ਼ਨਸ ਨੂੰ ਚਾਹੀਦਾ ਸੀ ਕਿ
ਗੈਰ ਰਾਜਨੀਤਿਕ ਜੜ੍ਹਾਂ ਜਿਹੜੀਆਂ ਆ ਉਹ ਸਾਡੇ ਸਮਾਜ ਦੀਆਂ ਮਜ਼ਬੂਤ ਕਰਦੇ। ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਬਾਰੇ ਪੜ੍ਹਾਇਆ ਜਾਂਦਾ ਬੱਚਿਆਂ ਤੋਂ ਸਿਲੇਬਸ ਸਮਝ ਕੇ, ਜਿੱਦਾਂ ਸਾਨੂੰ ਅੱਖਰੀ ਗਿਆਨ ਵਾਸਤੇ ਅਸੀਂ ਜਿਹੜਾ ਸਕੂਲਾਂ ਦੇ ਵਿੱਚ ਜਾਂਦੇ ਆ ਉੱਥੇ ਸਿਲੇਬਸ ਹੁੰਦਾ, ਸਿਲੇਬਸ ਹੋ ਕੇ ਫਿਰ ਉਹਦੀ ਟਿਊਸ਼ਨ ਹੁੰਦੀ। ਖਾਸ ਕਰਕੇ ਜਿਹੜੇ ਸਾਡੇ ਪੜ੍ਹਾ ਲਿਖਿਆ ਵਰਗ ਆ, ਮੈਂ ਕਹੂੰਗਾ ਵੀ ਉਹਨਾਂ ਤੋਂ ਵੱਡੀ ਜਿਹੜੀ ਉਹਨਾਂ ਤੋਂ ਕੋਤਾਹੀ ਇਹ ਹੋਈ ਆ, ਉਹਨਾਂ ਨੇ ਲਾਪਰਵਾਹੀ ਕੀਤੀ ਹੈ। ਇਹ ਉਹਨਾਂ ਨੇ ਨੌਕਰੀ ਤਾਂ ਲੈ ਕੇ ਬਾਬਾ ਸਾਹਿਬ ਦੇ ਅਕੋਰਡਿੰਗ ਟੂ ਕਨਸਟੀਟਿਊਸ਼ਨ ਉਹ ਬੈਠ ਗਏ, ਲੇਕਿਨ ਜਿਹੜਾ ਪੇ ਬੈਕ ਟੂ ਸੋਸਾਇਟੀ ਆ ਉਹ ਕੀਤਾ ਨਹੀਂ ਉਹਨਾਂ ਨੇ ਜੀ। ਉਹਨਾਂ ਦੇ ਕਰਨ ਵਾਲੇ ਬਹੁਤ ਸਾਰੇ ਕੰਮ, ਜਿਵੇਂ ਜਿੰਨੇ ਵੀ ਅੱਜ ਤੁਸੀਂ ਵੈਰੀਫਾਈ ਕਰਕੇ ਆਪਾਂ ਪੰਜਾਬ ਦੇ ਅੰਦਰ ਇਹ ਅਗਰ ਦੇਖ ਲਈਏ ਤਾਂ ਜਿੰਨੇ ਵੀ ਲੋਕ ਨੌਕਰੀ ਪੇਸ਼ੇ ਵਾਲੇ ਆ, ਐਸਸੀ ਜਿਹੜੇ ਐਸਸੀ ਹੈਗੇ ਆ ਜਾਂ BC ਹੈਗੇ ਜਾਂ ਦੂਸਰੀਆਂ ਵੀ ਕੈਟਾਗਰੀਆਂ ਹੈਗੀਆਂ, ਜਿਨ੍ਹਾਂ ਵੀ ਲੋਕਾਂ ਨੇ ਸੰਵਿਧਾਨ ਤੋਂ ਲਾਹਾ ਲਿਆ, ਉਹਨਾਂ ਨੇ ਸੰਵਿਧਾਨ ਦੇ ਬਦਲੇ ਜੋ ਕੁਝ ਉਹਨਾਂ ਨੂੰ ਵਾਪਸ ਦੇਣਾ ਚਾਹੀਦਾ ਸੀ ਉਹ ਉਹਨਾਂ ਨੇ ਦਿੱਤਾ ਨਹੀਂ। ਮਤਲਬ ਕਿ ਲੋਕਾਂ ਦੇ ਵਿੱਚ ਨਹੀਂ ਗਏ, ਪ੍ਰਚਾਰਿਆ ਔਰ ਪ੍ਰਸਾਰਿਆ ਨਹੀਂ ਬਾਬਾ ਸਾਹਿਬ ਦੇ ਮਿਸ਼ਨ ਨੂੰ। ਤੇ ਇਹ ਜਿਹੜੀ ਆ ਵੱਡੀ ਜਿਹੜੀ ਕਮੀ ਆ ਉਹ ਬਾਬਾ ਸਾਹਿਬ ਦੇ ਮਿਸ਼ਨ ਨੂੰ ਅੱਗੇ ਲੈ ਕੇ ਜਾਣ ਦੇ ਵਿੱਚ ਇਹਨੂੰ ਢਾਲ ਜਿਹੜੀ ਆ ਉਹ ਲਾਈ ਗਈ ਆ ਵੱਡੇ ਪੱਧਰ ਤੇ। ਤੇ ਜਿੱਥੋਂ ਤੱਕ ਤੁਹਾਡਾ ਸਵਾਲ ਹੈਗਾ ਕਿ ਬਈ ਰਾਜਨੀਤਿਕ ਪਾਰਟੀਆਂ ਨੇ ਵੀ ਸਾਡੇ ਸਮਾਜ ਦਾ ਜਿਹੜਾ ਆਧਾਰ ਜਿਹੜਾ ਆ ਉਹ ਹੋਣ ਨਹੀਂ ਦਿੱਤਾ, ਵਿਕਾਸ ਨਹੀਂ ਹੋਣ ਦਿੱਤਾ। ਐਜੂਕੇਸ਼ਨ, ਬਾਬਾ ਸਾਹਿਬ ਕਹਿੰਦੇ ਸੀ ਸਿੱਖਿਆ ਤੋਂ ਬਿਨਾਂ ਤੁਹਾਡੀ ਗੁਲਾਮੀ ਜਿਹੜੀ ਆ ਉਹ ਦੂਰ ਨਹੀਂ ਹੋ ਸਕਦੀ। ਉਹਨਾਂ ਨੇ ਸਿੱਖਿਆ ਦੇ ਉੱਤੇ ਕੁਐਸਚਨ ਮਾਰਕ ਕਰਕੇ ਸਾਡੇ ਕਮਿਊਨਿਟੀ ਨੂੰ, ਲੋਕਾਂ ਨੂੰ, ਭਾਰਤ ਦੇ ਵਿੱਚ ਬਹੁਜਨ ਸਮਾਜ ਦੇ ਲੋਕਾਂ ਨੂੰ ਡਿਵੈਲਪ ਨਾ ਹੋਣ ਕਰਕੇ, ਉਹਨਾਂ ਦਾ ਉਧਾਰ ਨਾ ਹੋ ਸਕੇ, ਉਹਨਾਂ ਦੀ ਫੰਡੀਸ਼ਨ ਨਾ ਬਣ ਸਕੇ, ਉਹਨਾਂ ਦਾ ਬੇਸਿਕ ਜਿਹੜਾ ਸਿੱਖਿਆ ਜਿਹੜੀ ਉਹਨਾਂ ਨੂੰ ਨਾ ਮਿਲ ਸਕੇ, ਉਹਦੇ ਲਈ ਵੀ ਵੱਡੇ ਉਪਰਾਲੇ ਜਿਹੜੇ ਆ ਉਹ ਕੀਤੇ ਗਏ ਔਰ ਉਹਨਾਂ ਨੇ ਪੁਰਜ਼ੋਰ ਕੀਤੇ ਆ। ਮਨੂਵਾਦੀਆਂ ਨੇ ਪੁਰਜ਼ੋਰ ਜਿਹੜਾ ਆ ਉਹਦੇ ਤੇ ਉਪਰਾਲਾ ਕਰਕੇ ਜਿਹੜਾ ਸੰਵਿਧਾਨ ਨੂੰ ਹੋਰ ਪ੍ਰਸਾਰ ਜਿਹੜਾ ਇਹਦਾ ਬਾਬਾ ਸਾਹਿਬ ਡਾਕਟਰ ਅੰਬੇਡਕਰ ਆਈਡੀਓਲੋਜੀ ਦਾ ਜਿਹੜਾ ਹੋਣ ਤੋਂ ਡਟ ਕੇ ਰੋਕਿਆ। ਔਰ ਸਾਡਾ ਜਿਹੜਾ ਸਮਾਜ ਆ ਉਹ ਕਿਤੇ ਨਾ ਕਿਤੇ ਫੇਲ ਹੋਇਆ ਅੱਜ ਦੇ ਟਾਈਮ ਦੇ ਅੰਦਰ। ਅਸੀਂ ਫੇਲ ਹੋਏ ਆ, ਮੈਂ ਵੀ ਵਿੱਚ ਹੀ, ਅਸੀਂ ਫੇਲ ਹੋਏ ਆ ਕਿ ਅਸੀਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਤੋਂ ਫਾਇਦੇ ਤਾਂ ਲਏ, ਲਾਹੇ ਤਾਂ ਲਏ। ਅੱਜ ਮੈਂ ਵੀ ਸਰਪੰਚ ਹਾਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀ ਕਿਰਪਾ ਦੇ ਨਾਲ, ਲੇਕਿਨ ਅਸੀਂ ਕਿਤੇ ਨਾ ਕਿਤੇ ਆਪਣੀ ਜ਼ਿੰਮੇਵਾਰੀ ਜਿਹੜੀ ਆ ਉਹ ਨਿਭਾਉਣ ਵਿੱਚ ਫੇਲ ਹੋਏ। ਬਿਲਕੁਲ ਜੀ, ਫੇਲ ਹੋਏ ਆ। ਜਦੋਂ ਅਸੀਂ ਕਿਸੇ ਖਾਸ ਕਰਕੇ ਐਸਸੀ ਕਮਿਊਨਿਟੀ ਦੇ ਵਿੱਚੋਂ ਬਣੇ MLA ਜਾਂ MP ਦੇ ਕੋਲ ਬੈਠਦੇ ਆ, ਔਰ ਰਿਜ਼ਰਵੇਸ਼ਨ ਦੇ ਤਹਿਤ ਰਿਜ਼ਰਵ ਕੈਟਾਗਰੀ ਦੇ ਵਿੱਚੋਂ MLA MP ਬਣ ਕੇ ਤਾਂ ਆਪਣੀ ਕੁਰਸੀ ਤੇ ਬੈਠਾ ਹੁੰਦਾ ਜਾਂ ਮਿਨਿਸਟਰ ਬਣ ਕੇ ਬੈਠਾ ਹੁੰਦਾ, ਜਦੋਂ ਉਹਦੇ ਕੋਲ ਬੈਠ ਕੇ ਉਹਦੀਆਂ ਗੱਲਾਂ ਸੁਣਦੇ ਆ, ਉਹ ਨੀਲੇ ਕਾਰਡਾਂ ਦੀ ਤਾਂ ਗੱਲ ਕਰੂਗਾ ਜੀ, ਪੀਲੇ ਕਾਰਡਾਂ ਦੀ ਤਾਂ ਗੱਲ ਕਰੂਗਾ, ਤੇ ਉਹ ਗ੍ਰਾਂਟਾਂ ਦੀ ਤਾਂ ਗੱਲ ਕਰੂਗਾ ਵੀ ਲੱਖ ਉੱਥੇ ਦੇਤਾ, 2 ਲੱਖ ਉੱਥੇ ਦਿੱਤਾ। ਇਹ ਨਹੀਂ ਕਰੂਗਾ, ਕਹੂਗਾ ਵੀ ਸਾਡੇ ਸਮਾਜ ਦੇ ਲੋਕ ਜਿੱਥੇ ਬੱਚੇ ਪੜ੍ਹਨ ਜਾਣਾ ਉਹ ਸਕੂਲਾਂ ਦਾ ਮੰਦਾ ਹਾਲ, ਵੀ ਅਸੀਂ ਉੱਥੇ ਇੰਨੇ ਅਧਿਆਪਕਾਂ ਦੀ ਹੋਰ ਭਰਤੀ ਕਰ ਰਹੇ ਹਾਂ ਜਾਂ ਉਸ ਸਕੂਲ ਨੂੰ ਡਿਵੈਲਪ ਕਰ ਰਹੇ ਹਾਂ। ਤੇ ਨਾ ਹੀ ਗੱਲ ਕੀਤੀ ਜਾਂਦੀ ਹੈ ਕਿ ਜਿਹੜੇ ਸਾਡੇ ਹਲਕੇ ਦੇ ਵਿੱਚ ਜਿਹੜੇ ਆਉਂਦੀਆਂ ਡਿਸਪੈਂਸਰੀਆਂ ਜਿੱਥੋਂ ਆਮ ਵਰਗ ਦੇ ਲੋਕਾਂ ਨੇ ਇਲਾਜ ਕਰਵਾਉਣਾ ਹੁੰਦਾ, ਵੀ ਉੱਥੇ ਅਸੀਂ ਇੰਨੀ ਡਾਕਟਰਾਂ ਦੀ ਭਰਤੀ ਕੀਤੀ ਆ ਜਾਂ ਉੱਥੇ ਇੰਨੇ ਅਸੀਂ ਕਮਰੇ ਜਾਂ ਮਸ਼ੀਨਰੀ ਲਿਆਂਦੀ ਆ, ਜਾਂ ਕਦੀ ਨਹੀਂ ਗੱਲ ਡਾਟਾ ਨਹੀਂ ਇਹਨਾਂ ਦੇ ਕੋਲੋਂ ਕਦੀ ਦੇਖਣ ਸੁਣਨ ਨੂੰ ਮਿਲਦਾ। ਸਾਡੇ MLA MP ਜਿਹੜੇ ਰਿਜ਼ਰਵ ਕੈਟਾਗਰੀ ਦੇ ਵਿੱਚੋਂ ਗਏ ਨੇ, ਕਿ ਸਾਡੀ ਰਿਜ਼ਰਵ ਕੈਟਾਗਰੀ ਦੇ ਵਿੱਚੋਂ ਜਾਣ ਤੋਂ ਬਾਅਦ ਵੀ ਸਾਡੇ ਕੋਲ ਉਹ ਡਾਟਾ ਹੈਗਾ ਸਾਡੇ ਰਜਿਸਟਰਾਂ ਦੇ ਵਿੱਚ ਮੇਨਟੇਨ ਕਿ ਮੇਰੇ ਹਲਕੇ ਦੇ ਵਿੱਚ ਬੇਰੁਜ਼ਗਾਰ ਬੱਚੇ, ਲੜਕੇ ਲੜਕੀਆਂ ਕਿੰਨੇ ਨੇ, ਇਹ ਨਹੀਂ ਸੁਣਨ ਨੂੰ ਮਿਲਦਾ। ਤੁਸੀਂ ਕੀ ਕਹਿਣਾ ਚਾਹੋਗੇ ਇਹਦੇ ਲਈ? ਅਸਲ ਵਿੱਚ ਬਹੁਤ ਅੱਛਾ ਸਵਾਲ ਹੈ ਤੁਹਾਡਾ। ਮੈਂ ਇਹ ਗੱਲ ਡਾਂਕੇ ਦੀ ਚੋਟ ਤੇ ਕਹਿਣਾ ਚਾਹੁੰਦਾ ਕਿ ਸਰਕਾਰ ਕੋਈ ਵੀ ਹੋਵੇ, ਵੋਟ ਵਟੋਰੂ ਪਾਰਟੀ ਕੋਈ ਵੀ ਹੋਵੇ, ਡਾਂਕੇ ਦੀ ਚੋਟ ਤੇ ਇਹ ਕਹਿ ਰਿਹਾ ਕਿ ਸਰਕਾਰ ਜਿਹੜੀ ਆ ਉਹ ਸਰਮਾਏਦਾਰਾਂ ਦੀ ਆਰਗੇਨਾਈਜੇਸ਼ਨ ਹੁੰਦੀ ਆ, ਪ੍ਰਬੰਧਕ ਕਮੇਟੀ ਹੁੰਦੀ ਆ। ਜਿਵੇਂ ਸਰਮਾਏਦਾਰਾ ਕਹਿੰਦਾ ਉਦਾਂ ਹੀ ਉਹ ਰਾਜਸੀ ਪਾਰਟੀਆਂ ਜਿਹੜੀਆਂ ਥੱਲੇ ਇਨ ਉਸ ਚੀਜ਼ ਨੂੰ ਲਾਗੂ ਕਰਦੀਆਂ। ਅਗਰ ਸਰਮਾਏਦਾਰਾ ਚਾਹੁੰਦਾ, ਜਿੱਦਾਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ ਕਿਹਾ ਸੀ ਕਿ ਸਿੱਖਿਆ ਜਿਹੜੀ ਆ ਉਹ ਤੋਂ ਬਿਨਾਂ ਤੁਹਾਡੀ ਗੁਲਾਮੀ ਦੂਰ ਨਹੀਂ, ਉਹਨਾਂ ਨੇ ਸਿੱਖਿਆ ਹੀ ਖੋਈ ਸਾਡੀ ਪਹਿਲਾਂ। ਉਹਨਾਂ ਨੇ ਰਾਜਸੀ ਪਾਰਟੀਆਂ ਦੇ ਰਾਹੀਂ ਸਾਡੇ ਕੋਲੋਂ ਸਿੱਖਿਆ ਖੋਹੀ, ਸਾਡਾ ਸਿਹਤ ਤੰਤਰ ਖੋਇਆ। ਜਿਵੇਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਸੰਵਿਧਾਨ ਦੇ ਅੰਦਰ ਇਹ ਜਿਹੜਾ ਸਿੱਖਿਆ ਜਿਹੜੀ ਆ ਉਹ ਮਸਟ ਸੀ ਕਿ ਜਿਹੜੀ ਆ ਸਰਕਾਰ ਦੀ ਇੱਕ ਨੈਤਿਕ ਡਿਊਟੀ ਹੋਏਗੀ ਕਿ ਉਹ ਸਿੱਖਿਆ ਦੇਵੇਗਾ ਸਾਡੇ ਲੋਕਾਂ ਨੂੰ, ਇਹਨਾਂ ਨੇ ਉਹ ਖੋਈ। ਫਿਰ ਇਹ ਡਿਊਟੀ ਸੀ ਕਿ ਸਿਹਤ ਸਹੂਲਤਾਂ ਦੇ ਵਿੱਚ ਜਿਹੜੀ ਆ ਉਹ ਸਿਵਲ ਹਸਪੀਟਲ ਜਿਹੜੇ ਆ ਇੱਦਾਂ ਦਾ ਉਹਦੇ ਚ ਪ੍ਰਬੰਧ ਹੋਊਗਾ। ਜਿਹੜੇ ਪ੍ਰਾਈਵੇਟ ਹਸਪੀਟਲ ਆ ਇਹਨਾਂ ਨੇ ਉਹ ਪ੍ਰਾਈਵੇਟ ਹਸਪੀਟਲ ਮਾਫੀਏ ਖੜੇ ਕੀਤੇ, ਪ੍ਰਾਈਵੇਟ
ਜਿਹੜੇ ਸਕੂਲ ਮਾਫੀਏ ਖੜੇ ਕੀਤੇ ਔਰ ਦੇਖਦੇ ਦੇਖਦੇ ਸਾਡੇ ਸਾਹਮਣੇ ਕੀਤੇ। ਕਿਉਂਕਿ ਜਿਹੜੇ ਸਾਡੇ ਵਿੱਚੋਂ ਕੁਝ ਗਦਾਰ ਲੋਕ, ਮੈਂ ਕਹੂੰਗਾ ਜਿਹੜੇ ਗਦਾਰ ਸਰਮਾਏਦਾਰੀ ਦੇ ਥੱਲੇ ਲੱਗ ਕੇ, ਰਾਜਸੀ ਪਾਰਟੀਆਂ ਦੇ ਥੱਲੇ ਲੱਗ ਕੇ, ਰਾਜਸੀ ਲੋਕਾਂ ਦੇ ਥੱਲੇ ਲੱਗ ਕੇ, ਜਿਨ੍ਹਾਂ ਨੇ ਆਪਣੀ ਕੌਮ ਨੂੰ ਵੇਚਿਆ, ਕੁੱਟਿਆ, ਉਹਨਾਂ ਦਾ ਸ਼ੋਸ਼ਣ ਕੀਤਾ, ਜਿਸਮਾਨੀ ਤੌਰ ਤੇ, ਮਾਨਸਿਕ ਤੌਰ ਤੇ, ਹਰ ਤਰ੍ਹਾਂ ਉਹਨਾਂ ਦਾ ਸ਼ੋਸ਼ਣ ਕੀਤਾ। ਇਹਦੇ ਵਿੱਚ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦਾ ਕਸੂਰ ਨਹੀਂ, ਇਹਦੇ ਵਿੱਚ ਕਸੂਰ ਸਾਡੇ ਉਹਨਾਂ ਗਦਾਰ ਲੋਕਾਂ ਦਾ, ਜਿਹੜੇ ਸਾਡੇ ਵਿੱਚੋਂ ਉੱਠ ਕੇ ਜਾ ਕੇ ਵੱਡੇ ਜਿਹੜੇ ਆ MLA MPਆਂ ਤੱਕ ਦੇ ਉਹਨਾਂ ਨੇ ਉਹਦੇ ਜਿਹੜੇ ਆ ਉਹ ਮਾਣੇ ਆ, ਲੇਕਿਨ ਆਪਣੇ ਸਮਾਜ ਨੂੰ ਕਿਤੇ ਨਾ ਕਿਤੇ ਜਿਹੜਾ ਆ ਆਪਣੇ ਸਮਾਜ ਲਈ ਉਹਨਾਂ ਦੇ ਅੰਦਰ ਦਰਦ ਨਹੀਂ ਜਾਗਿਆ, ਉਹਨਾਂ ਨੇ ਅੰਦਰ ਫੀਲ ਨਹੀਂ ਆਈ ਕਿ ਅਸੀਂ ਆਪਣੇ ਸਮਾਜ ਦਾ ਐਡਾ ਬੜਾ ਸ਼ੋਸ਼ਣ ਹੁੰਦਾ, ਉਹਨਾਂ ਨੇ ਆਪਣੀਆਂ ਅੱਖਾਂ ਨਾਲ ਦੇਖਿਆ। ਸੋ ਇਹਦੇ ਵਿੱਚ ਜਿਹੜਾ ਮੈਂ ਕਹਿ ਰਿਹਾ ਕਿ ਬਈ ਉਹ ਲੋਕਾਂ ਦਾ ਕਸੂਰ ਆ, ਵੱਡੇ ਪੱਧਰ ਤੇ ਕਸੂਰ ਆ, ਔਰ ਸਭ ਤੋਂ ਜ਼ਿਆਦਾ ਕਸੂਰ ਸਾਡੇ ਲੋਕਾਂ ਦਾ ਇਹ ਆ ਕਿ ਅਸੀਂ ਆਪਣਾ ਬੌਧਿਕ ਲੈਵਲ ਜਿਹੜਾ ਆ ਉਹਨੂੰ ਇਨਕਰੀਜ਼ ਨਹੀਂ ਕਰ ਪਾਏ, ਅਸੀਂ ਮਾਤਾ ਨਹੀਂ ਰੱਖ ਪਾਏ, ਅਸੀਂ ਕਿਸੇ MLA MP ਨੂੰ ਸਵਾਲ ਕਰਨ ਜੋਗੇ ਨਹੀਂ ਹੈ। ਸਾਡੇ ਪਿੰਡ ਮਠੱਡਾ ਕਲਾਂ ਚੱਲ ਜਾਓ, ਅਸੀਂ 2 ਵਾਰੀ ਉੱਥੋਂ MLA ਔਰ MP ਨੂੰ ਜਿਹੜਾ ਆ ਉਹ ਐਂਟਰੀ ਵੀ ਬੈਨ ਕਰਨ ਲਈ ਵੀ ਰੌਲਾ ਰੱਪਾ ਪਾਇਆ, ਲੋਕਾਂ ਦੇ ਵਿੱਚ ਕੌਨਫੀਡੈਂਸ ਆਇਆ। ਉਸ ਵੇਲੇ ਇਦਾਂ ਲੱਗਦਾ ਹੁੰਦਾ ਸੀ ਕਿ ਠੀਕ ਹੈ ਹੁਣ ਇਹ ਪਿਰਤ ਹੋਊਗੀ, ਲੇਕਿਨ ਅਸੀਂ ਅੱਜ ਦੇਖਦੇ ਹਾਂ ਵੱਡੇ ਵੱਡੇ ਜਿਹੜੇ ਪਿੰਡਾਂ ਦੇ ਵਿੱਚ ਲੋਕ, ਬੜੇ ਬੜੇ ਸਰਮਾਏਦਾਰ ਲੋਕ ਆ, ਬੜੇ ਬੜੇ ਅਹੁਦਿਆਂ ਵਾਲੇ, ਬੜੇ ਬੜੇ ਰਾਜਸੀ ਪਾਰਟੀਆਂ ਦੇ ਗੁਲਾਮ ਲੋਕ ਆ, ਜਿਹੜੇ ਅੱਜ ਵੀ ਉਹਦੇ ਤੁਰੇ, ਉਹਨਾਂ ਨੂੰ ਕੋਈ ਫਰਕ ਵੀ ਨਹੀਂ ਪਿਆ। ਅਸੀਂ ਅੱਜ ਵੀ ਬੈਨਰ ਲਾਇਆ ਕਿ BJP ਦੀ ਐਂਟਰੀ ਬੈਨ ਹੈ। ਤੁਸੀਂ ਦੇਖੋ ਮਨੂਵਾਦੀਆਂ ਦੀ ਕਿੱਡੀ ਵੱਡੀ ਹੁਣ ਚਾਲ ਆ ਕਿ ਉਹ ਦਲਿਤ ਵੋਟ ਬੈਂਕ ਨੂੰ ਯੂਜ਼ ਕਰਕੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀ ਫਿਲਾਸਫੀ ਨੂੰ, ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀ ਆਈਡੀਓਲੋਜੀ ਨੂੰ ਫੇਲ ਕਰ ਦੇਣਾ ਚਾਹੁੰਦੇ ਆ। ਜੇ ਕਿਸਾਨਾਂ ਦੇ ਨਾਲ ਇੰਨਾ ਧੱਕਾ ਕਰ ਰਹੇ ਆ, ਉਹਨਾਂ ਦੀ ਅੱਖ ਜਿਹੜੀ ਆ ਹੁਣ ਉਹ ਦਲਿਤ ਵੋਟ ਦੇ ਉੱਤੇ ਆ ਕਿ ਅਸੀਂ ਜਿਵੇਂ ਉਹਨਾਂ ਨੇ ਹਰਿਆਣੇ ਵਿੱਚ ਕੀਤਾ, ਜਾਂ ਆਪਾਂ ਇਹ ਕਹਿ ਸਕਦੇ ਕਿ ਹੁਣ ਜੇ ਅਸੀਂ ਕਹੀਏ BJP ਕਿਹੜੀ ਗੱਲ ਤੇ ਤਾਂਗੜਦੀ ਆ, BJP ਦਲਿਤ ਵੋਟ ਤੇ ਤਾਂਗੜਦੀ ਆ। ਉਹਨਾਂ ਨੂੰ ਇਹ ਪਤਾ ਕਿ ਇਹ ਸਮਾਜ ਕਦੀ ਆਮ ਆਦਮੀ ਨੂੰ ਪ੍ਰਮੋਟ ਕਰ ਦਿੰਦਾ, ਕਦੀ ਅਕਾਲੀ ਦਲ ਨੂੰ ਪ੍ਰਮੋਟ ਕਰ ਦਿੰਦਾ, ਕਦੀ ਕਾਂਗਰਸ ਨੂੰ ਪ੍ਰਮੋਟ ਕਰ ਦਿੰਦਾ। ਉਹ ਹੁਣ ਇਸ ਸਟੇਜ ਤੇ ਬੈਠੇ ਕਿ ਹੁਣ ਉਹ ਸਾਨੂੰ ਵੀ ਪ੍ਰਮੋਟ ਕਰੇਗਾ। ਔਰ ਸਾਡੇ ਲੋਕਾਂ ਦਾ ਜਿਹੜਾ ਬੌਧਿਕ ਲੈਵਲ ਆ ਉਹ ਹਜੇ ਉਹਨਾਂ ਨੂੰ ਸਰਮਾਏਦਾਰੀ ਨੂੰ, ਮਨੂਵਾਦ ਨੂੰ, ਬ੍ਰਾਹਮਣਵਾਦ ਨੂੰ ਹਜੇ ਪਰਖਣ ਚ ਫੇਲ ਆ। ਕਿਉਂਕਿ ਜਿਹੜੇ ਸਾਡੇ ਲੋਕ ਆ ਉਹ ਪਹਿਲਾਂ ਰਾਜਸੀ ਪਾਰਟੀਆਂ ਦੇ ਨਾਲ ਮਿਲ ਕੇ ਸਾਨੂੰ ਲੋਕਾਂ ਨੂੰ ਧੋਖਾ ਦੇ ਚੁੱਕੇ ਆ। ਹੁਣ ਸਾਨੂੰ ਧੋਖੇ ਦੀ ਆਦਤ ਪੈ ਚੁੱਕੀ ਆ। ਹੁਣ ਅਸੀਂ ਗੁਲਾਮੀ ਦਾ ਆਨੰਦ ਜਿਹੜਾ ਆ ਬੜਾ ਖੁਸ਼ ਹੋ ਕੇ ਮਾਣ ਰਹੇ ਹਾਂ। ਅਸਲ ਦੇ ਵਿੱਚ ਹੁਣ ਸਾਡਾ ਤਾਂ ਸਭ ਤੋਂ ਵੱਡਾ, ਜਿਵੇਂ ਅਸੀਂ ਲੰਬਾ ਦੇਖ ਰਹੇ ਹਾਂ ਜਾਂ ਥੋੜਾ ਜਿਹਾ ਦੂਰ ਜਾ ਕੇ ਦੇਖਦੇ ਹਾਂ, ਸਾਡਾ ਖਦਸ਼ਾ ਇਹ ਆ ਕਿ ਜੇ ਕਿਤੇ ਦਲਿਤ ਨੇ BJP ਨੂੰ ਪੰਜਾਬ ਦੇ ਅੰਦਰ ਜਿਹੜਾ ਆ ਉਹ ਸ਼ਹਿ ਦੇ ਦਿੱਤੀ, ਜੇ ਵੋਟ ਬੈਂਕ ਜਿਹੜਾ ਕਨਵਰਟ ਹੋ ਕੇ ਕਿਤੇ BJP ਨੂੰ ਪੈ ਗਿਆ, ਤਾਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਜਿਹੜਾ ਉਹ ਕਹਿੰਦੇ ਸੀ ਕਿ ਕਾਫਲਾ ਮੇਰਾ ਪਿੱਛੇ ਨਾ ਆਉਣ ਦਿਓ, ਫਿਰ ਤਾਂ ਉਹ ਆਏ ਖੜਾ, ਉਹ ਬੜੀ ਤੇਜ਼ੀ ਨਾਲ ਹਨੇਰੀ ਔਰ ਤੂਫਾਨ ਬਣ ਕੇ ਸਾਡੇ ਜਿਹੜਾ ਉਹ ਕਾਫਲਾ ਜਿਹੜਾ ਆ ਉਹ ਪਿੱਛੇ ਨੂੰ ਜਾਏਗਾ, ਸੈਟਬੈਕ ਲੱਗੇਗਾ ਉਹਦਾ। ਸੋ ਵੱਡਾ ਖਦਸ਼ਾ ਇੱਥੇ ਦਲਿਤ ਲੋਕਾਂ ਦੇ ਉੱਤੇ, SC ਭਾਈਚਾਰੇ ਦੇ ਉੱਤੇ, BC ਭਾਈਚਾਰੇ ਤੇ, ਬਹੁਜਨ ਸਮਾਜ ਦੇ ਭਾਈਚਾਰੇ ਦੇ ਵੋਟਿਆਂ ਦੇ ਉੱਤੇ ਵੱਡੀ ਜ਼ਿੰਮੇਵਾਰੀ ਆ ਕਿ ਇਸ ਵੇਲੇ BJP ਨੂੰ ਰੋਕਣ ਦਾ ਜਿਹੜਾ ਆ ਉਹ ਉਹਨਾਂ ਦੀ ਜ਼ਿੰਮੇਵਾਰੀ ਆ ਵੱਡੀ। ਠੀਕ ਹੈ, ਜੋ ਪਿੱਛੇ ਹੋ ਗਿਆ ਉਹ ਤੋਂ ਸਿੱਖ ਲੈ ਕੇ ਸਾਨੂੰ ਹੁਣ ਅੱਗੇ ਜਿਹੜਾ ਆ ਉਹ BJP ਦੇ ਮੂਹਰੇ ਜਿਹੜਾ ਆ ਉਹ ਚਟਾਨ ਵਾਂਗੂ ਖੜੇ ਹੋ ਕੇ ਆਪਣੇ ਸਮਾਜ ਦੀਆਂ ਗੈਰ ਰਾਜਨੀਤਿਕ ਜੜ੍ਹਾਂ ਜਿਹੜੀਆਂ ਸਾਹਿਬ ਕਾਂਸ਼ੀ ਰਾਮ ਕਹਿੰਦੇ ਸੀ, ਬਾਬਾ ਸਾਹਿਬ ਕਹਿੰਦੇ ਸੀ ਕਿ ਗੈਰ ਰਾਜਨੀਤਿਕ ਜੜ੍ਹਾਂ ਮਜ਼ਬੂਤ ਕਰਨ ਦਾ ਹਜੇ ਵੇਲਾ ਹੈ, ਹਜੇ 1 ਸਾਲ ਪਿਆ। ਅਸੀਂ ਗੈਰ ਰਾਜਨੀਤਿਕ ਜੜ੍ਹਾਂ ਮਜ਼ਬੂਤ ਕਰਕੇ ਕੱਲ ਨੂੰ ਇੱਕ ਚੁਟਕੀ ਨਾਲ ਉਹ ਰਾਜਨੀਤੀ ਜਿਹੜੀ ਆ ਉਹ ਬਦਲ ਸਕਦੇ ਆ ਆਪਣੇ ਸੂਬੇ ਦੀ। ਬਿਲਕੁਲ ਜੀ, ਬਿਲਕੁਲ ਜੀ। ਜਿਵੇਂ ਤੁਸੀਂ ਗੱਲ ਕੀਤੀ ਕਿ ਰਿਚਰਡ, ਜਿਹੜੇ ਸਾਡੇ ਰਾਜਨੀਤਿਕ ਆਗੂ ਸਾਹਿਬਾਨ ਵੱਖ-ਵੱਖ ਪਾਰਟੀਆਂ ਦੇ ਵਿੱਚ ਬੈਠੇ ਨੇ, ਉਹ ਉਹਨਾਂ ਦੇ ਗੁਲਾਮ ਹੋ ਕੇ ਰਹਿ ਗਏ ਨੇ। ਉਹਨਾਂ ਨੇ ਇਹ ਆਪਣੇ ਸਮਾਜ ਦੀ ਵੋਟ ਬੈਂਕ ਦੇ ਨਾਲ ਉਹ ਕੁਰਸੀਆਂ ਤੇ ਬੈਠ ਕੇ ਗੱਦੀਆਂ ਤਾਂ ਲੈ ਲਈਆਂ, ਪਰ ਸਮਾਜ ਦੇ ਵਾਸਤੇ ਜਿਵੇਂ ਪੇ ਬੈਕ ਟੂ ਸੋਸਾਇਟੀ ਆਪਣੇ ਸਮਾਜ ਦੀ ਰੱਖਿਆ ਨਹੀਂ ਕੀਤੀ। ਸਮਾਜ ਦੇ ਨਾਲ ਧੋਖਾ ਹੁੰਦਾ ਹੈ, ਇਹਨਾਂ ਦੀਆਂ ਅੱਖਾਂ ਦੇ ਸਾਹਮਣੇ ਹੁੰਦਾ ਕਿ ਅੱਜ ਸਕੂਲ ਖੋਏ ਗਏ, ਡਿਸਪੈਂਸਰੀਆਂ ਖੋਏ ਗਿਆ, ਰੁਜ਼ਗਾਰ ਖੋਇਆ ਗਿਆ, ਪੱਲੇ ਕੁਝ ਨਹੀਂ ਬਚਿਆ, ਤਾਂ ਲੋਕ ਇਹ ਹੋਰ ਗਰੀਬੀ ਦੀ ਦਲਦਲ ਵੱਲ ਨੂੰ ਉਹ ਧੱਸਦੇ ਜਾ ਰਹੇ ਨੇ ਤੇ ਲੋਕਾਂ ਦੇ ਪੈਟ ਪੱਲੇ ਹੱਥ ਵਿੱਚ ਕੁਝ ਨਹੀਂ ਆਉਂਦਾ ਦਿਖਾਈ ਦੇ ਰਿਹਾ। ਕੀ ਕਹਿਣਾ ਚਾਹੋਗੇ ਕਿ ਬਾਬਾ ਸਾਹਿਬ ਭੀਮਰਾਓ ਡਾਕਟਰ ਅੰਬੇਡਕਰ ਜੀ ਦਾ ਜਿਨ੍ਹਾਂ ਨੇ ਪ੍ਰਚਾਰ ਪ੍ਰਸਾਰ ਕਰਨਾ ਸੀ, ਉਹ ਸਾਡੇ ਵੱਖ-ਵੱਖ ਗੁਰੂ ਘਰ ਵੀ ਹੈਗੇ ਨੇ। ਗੁਰੂ ਘਰਾਂ ਦੇ ਵਿੱਚ
ਬੋਲਣ ਦੇ ਸਾਧਨ ਹੈਗੇ ਨੇ, ਸਪੀਕਰਾਂ ਦੇ ਪ੍ਰਬੰਧ, ਹਾਲ ਬਣੇ ਨੇ, ਲੰਗਰ ਚੱਲਦੇ ਨੇ ਤੇ ਉੱਥੇ ਬੈਠਣ ਲਈ ਪ੍ਰਬੰਧ ਹੈ, ਸੰਗਤ ਜੁੜੀ ਹੋਈ ਹੈ। ਉੱਥੋਂ ਪ੍ਰਚਾਰ ਤੇ ਪ੍ਰਸਾਰ ਕੀਤਾ ਜਾ ਸਕਦਾ ਸੀਗਾ ਗੁਰੂ ਘਰਾਂ ਦੇ ਮੁਖੀਆਂ ਵੱਲੋਂ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਬੇਗਮਪੁਰਾ ਹੈ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਬਰਾਬਰਤਾ ਵਾਲਾ ਰਾਜ ਹੈ ਕਿ ਬਾਬਾ ਸਾਹਿਬ ਭੀਮਰਾਓ ਡਾਕਟਰ ਅੰਬੇਡਕਰ ਜੀ ਚਾਹੁੰਦੇ ਕੀ ਆ, ਕਿੱਦਾਂ ਦਾ ਸਮਾਜ ਸਿਰਜਣਾ ਚਾਹੁੰਦੇ ਨੇ, ਕੀ ਕਹਿਣਾ ਚਾਹੋਗੇ ਉਹਨਾਂ ਗੁਰੂ ਘਰਾਂ ਦੇ, ਉਹਨਾਂ ਪ੍ਰਚਾਰਕਾਂ ਦੇ? ਸਾਹਿਬ ਕਾਂਸ਼ੀ ਰਾਮ ਕਿਆ ਕਰਦੇ ਸੀ ਕਿ ਜਿੱਥੇ ਵੱਡੀ ਗਿਣਤੀ ਵਿੱਚ ਸਾਡੇ ਪੰਜਾਬ ਦੀ ਪੂਰੇ ਭਾਰਤ ਦੇ ਅੰਦਰ ਜਿੱਥੇ ਵੀ ਧਾਰਮਿਕ ਡੇਰੇ ਹੈਗੇ ਆ, ਉੱਥੇ ਮਨੂਵਾਦੀ ਲੋਕ ਜਿਹੜੇ ਉਹ ਘੁਸਪੈਠ ਕਰ ਚੁੱਕੇ ਆ। ਉਹ ਜਿਵੇਂ ਪ੍ਰਸ਼ਾਦ ਦੇਈਦਾ ਧਾਰਮਿਕ ਡੇਰਿਆਂ ਤੋਂ, ਉਦਾਂ ਲੋਕਾਂ ਨੂੰ ਨਸ਼ੇ ਦਾ, ਬੇਅਣਖੀ ਦਾ ਥੋੜੀ ਜਿਹੜੀ ਡੋਜ਼ ਆ ਉਹ ਦੇ ਰਹੇ ਆ, ਤਾਂ ਕਿ ਸਾਡੀ ਨੌਜਵਾਨੀ, ਸਾਡਾ ਜਿਹੜਾ ਬਹੁਜਨ ਸਮਾਜ ਦਾ ਵੱਡਾ ਵਰਗ ਆ, ਉਹ ਉਹਨਾਂ ਦਾ ਖੂਨ ਹੀ ਨਾ ਖੋਲ ਸਕੇ ਕਿ ਉਹ ਬ੍ਰਾਹਮਣਵਾਦ ਦੇ ਖਿਲਾਫ ਜਿਹੜਾ ਉਹ ਬਿਗਲ ਵਜਾਉਣ। ਇਹ ਸਾਹਿਬ ਕਾਂਸ਼ੀ ਰਾਮ ਕਿਹਾ ਕਰਦੇ ਸੀ। ਉਹਨਾਂ ਦੀ ਇੱਕ ਬੁੱਕ ਹੈ, ਮੈਂ ਕਾਂਸ਼ੀ ਰਾਮ ਬੋਲਦਾ, ਉਹਦੇ ਵਿੱਚੋਂ ਕੋਡ ਜਿਹੜੀ ਗੱਲ ਹੈ ਮੈਂ ਕਰਕੇ ਕਹਿ ਰਿਹਾ ਕਿ ਬ੍ਰਾਹਮਣਵਾਦ ਦੇ ਖਿਲਾਫ ਬਿਗਲੇ ਹੀ ਨਾ ਵਜਾਇਆ ਜਾ ਸਕੇ। ਸੰਘਰਸ਼ ਜਿਹੜਾ ਬਾਬਾ ਸਾਹਿਬ ਡਾਕਟਰ ਅੰਬੇਡਕਰ ਕਹਿੰਦੇ ਸੀ ਕਿ ਪੜ੍ਹਿਓ, ਜੁੜਿਓ, ਸੰਘਰਸ਼ ਕਰਿਓ। ਜੋੜਨ ਦੇ ਵਿੱਚ ਵੀ ਕਿਤੇ ਨਾ ਕਿਤੇ ਮਨੂਵਾਦੀ ਤਾਕਤਾਂ ਜਿਹੜੀਆਂ ਉਹ ਜੋੜਨ ਵਿੱਚ ਵੀ ਸਫਲ ਰਹੀਆਂ। ਅੱਜ ਦੀ ਤਰੀਕ ਦੇ ਵਿੱਚ ਪੜ੍ਹਨ ਦੇ ਵਿੱਚ, ਪੜ੍ਹਾਈ ਤੋਂ ਰੋਕਣ ਵਾਸਤੇ ਵੀ ਸਫਲ ਰਹੀਆਂ, ਔਰ ਸੰਘਰਸ਼ ਕਰਨ ਤੋਂ ਰੋਕਣ ਦੇ ਵਿੱਚ ਵੀ ਸਫਲ ਰਹੀਆਂ। ਵੱਡੇ ਡੇਰਿਆਂ ਦੇ ਵਿੱਚ ਘੁਸਪੈਠ ਕਰਕੇ ਉਹਨਾਂ ਨੇ ਧਾਰਮਿਕ ਏਜੰਡਿਆਂ ਦਾ, ਸਾਡੀ ਧਾਰਮਿਕ ਜਿਹੜੀ ਸਾਡੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਆ, ਉਹਦੇ ਰਾਹੀਂ ਜਿਹੜੀ ਆ ਉਹ ਉੱਥੋਂ ਲੋਕਾਂ ਨੂੰ ਜਿਹੜਾ ਘੁਸਪੈਠ ਕਰਕੇ ਉਹਨਾਂ ਨੇ ਇਹ ਡੋਜ਼ ਦਿੱਤੀ ਆ ਕਿ ਸਾਡਾ ਜਿਹੜਾ ਬਹੁਜਨ ਸਮਾਜ ਆ ਉਹ ਅੰਦੋਲਨ ਹੀ ਨਾ ਕਰਨਾ ਚਾਹੇ, ਉਹ ਬਿਗਲ ਵਜਾ ਹੀ ਨਾ ਸਕੇ ਮਨੂਵਾਦ ਦੀ ਚੋਟ ਦੇ ਖਿਲਾਫ। ਉਹ ਕਦੀ ਵੀ ਕੋਈ ਕ੍ਰਾਂਤੀ ਜਿਹੜੀ ਹੈ, ਚਾਹੇ ਉਹ ਧਾਰਮਿਕ ਹੋਵੇ, ਚਾਹੇ ਸਾਡੀ ਰਾਜਨੀਤਿਕ ਕ੍ਰਾਂਤੀ ਹੋਵੇ, ਉਹ ਕਰਨ ਦੇ ਵਿੱਚ ਅਸਫਲ ਹੋਵੇ, ਹਮੇਸ਼ਾ ਉਹ ਸਫਲ ਹੋ ਹੀ ਨਾ ਸਕੇ। ਇਦਾਂ ਦੇ ਬਹੁਤ ਸਾਰੇ ਹੋਰ, ਹੁਣ ਜਿਵੇਂ ਆਪਾਂ ਗੱਲ ਕਰੀਏ ਕਿ RSS ਨੇ ਆਪਣੇ ਪ੍ਰਚਾਰਕ ਜਿਹੜੇ ਆ ਉਹ ਸਾਡੀ ਗਲੀ ਡੋਰ ਟੂ ਡੋਰ ਜਿਹੜੇ ਆ ਅੱਜ ਪੰਜਾਬ ਦੇ ਅੰਦਰ ਵੀ ਘੁੰਮਦੇ ਫਿਰਦੇ ਆ। ਲੇਕਿਨ ਸਾਡੀਆਂ ਜਿਹੜੀਆਂ ਆਰਗੇਨਾਈਜੇਸ਼ਨਸ ਆ, ਚਾਹੇ ਉਹ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀਆਂ ਹੋਣ, ਚਾਹੇ ਉਹ ਸਾਹਿਬ ਕਾਂਸ਼ੀ ਰਾਮ ਦੀਆਂ ਕਮੇਟੀਆਂ ਹੋਣ, ਜਾਂ ਆਰਗੇਨਾਈਜੇਸ਼ਨ ਸੰਸਥਾਵਾਂ ਹੋਣ, ਚਾਹੇ ਉਹ ਸਾਡੀਆਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀਆਂ ਪ੍ਰਬੰਧਕ ਕਮੇਟੀਆਂ, ਧਾਰਮਿਕ ਸੰਸਥਾਵਾਂ ਹੋਣ, ਇਹ ਕੀ ਕਰ ਰਹੀਆਂ? ਇਹਨਾਂ ਨੂੰ ਵੀ ਡੋਰ ਟੂ ਡੋਰ ਜਾ ਕੇ ਆਪਣਾ, ਚਾਹੇ ਉਹ ਮਤਲਬ ਧਰਮ ਦਾ ਪ੍ਰਚਾਰ ਆ, ਚਾਹੇ ਰਾਜਨੀਤੀ ਦਾ ਪ੍ਰਚਾਰ ਆ, ਚਾਹੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀ ਆਈਡੀਓਲੋਜੀ ਦਾ ਪ੍ਰਚਾਰ ਆ, ਸਾਨੂੰ ਵੀ ਗਲੀ ਡੋਰ ਜਿਹੜੀ ਆ ਅੱਜ ਜਾਣ ਦੀ ਲੋੜ ਆ। ਅਸੀਂ ਇਹ ਕਹਿ ਕੇ ਆਪਣਾ ਪੱਲਾ ਝਾੜ ਦਿੰਦੇ ਕਿ RSS ਹੁਣ ਗਲੀਆਂ ਚਾਵੇ। ਭਾਈ ਤੁਹਾਡੀਆਂ ਗਲੀਆਂ, ਤੁਹਾਡਾ ਹੀ ਮੁਲਕ, ਤੁਸੀਂ ਕਿਉਂ ਨਹੀਂ ਗਲੀ 'ਚ ਜਾਂਦੇ? ਤੁਹਾਡੇ ਕੋਲ ਕਿਉਂ ਨਹੀਂ ਸਮਾਂ? ਤੁਸੀਂ ਰਿਸ਼ਤੇਦਾਰੀ ਦੇ ਵਿੱਚ, ਮੈਂ ਹਮੇਸ਼ਾ ਆਪਣੀ ਮੀਟਿੰਗ 'ਚ ਕਹਿੰਦਾ ਕਿ ਤੁਸੀਂ ਰਿਸ਼ਤੇਦਾਰ, ਜਦੋਂ ਤੁਸੀਂ ਕੋਈ ਵਿਆਹ ਸ਼ਾਦੀ ਕਰਨਾ ਹੁੰਦਾ, ਤੁਹਾਡੇ 100 ਸੱਜਣ ਆ ਜਾਂਦਾ। ਜਦੋਂ ਤੁਹਾਡੇ ਕੋਲ ਗਮੀ ਹੁੰਦੀ ਆ, ਤੁਹਾਡੇ 100 150 ਸੱਜਣ ਜਿਹੜੇ ਆ ਉਹ ਆਉਂਦੇ ਆ। ਆਪਾਂ ਉੱਥੇ ਉਹਨਾਂ ਨੂੰ ਖਾਣੇ ਵੀ ਪਰੋਸਦੇ ਆ, ਆਪਾਂ ਟੱਲੀਆਂ ਟਾਕੀਆਂ ਵੀ ਲਾਉਂਦੇ ਆ। ਲੇਕਿਨ ਜਦੋਂ ਤੁਸੀਂ ਬਾਬਾ ਸਾਹਿਬ ਦੀ ਆਪਣੀ ਕ੍ਰਾਂਤੀ ਦੀ, ਆਪਣੀ ਆਜ਼ਾਦੀ ਦੀ ਗੱਲ ਕਰਨੀ ਆ, ਉਦੋਂ ਤੁਹਾਡੀ ਜੀਭਾ ਕਿਉਂ ਸੜ ਜਾਂਦੀ ਆ? ਉਦੋਂ ਕਿਉਂ ਨਹੀਂ ਤੁਸੀਂ ਬੋਲਦੇ? ਉਦੋਂ ਕਿਉਂ ਨਹੀਂ ਤੁਸੀਂ ਪ੍ਰਚਾਰ ਕਰ ਸਕਦੇ? ਕਿਉਂ ਨਹੀਂ ਪ੍ਰਸਾਰ ਕਰ ਸਕਦੇ? ਮੈਂ ਤਾਂ ਡਾਕੇ ਦੀ ਚੋੜ ਤੇ ਕਹਿੰਦਾ ਹੁੰਦਾ ਵੱਡੀਆਂ ਮੀਟਿੰਗਾਂ ਦੇ ਵਿੱਚ ਵੀ ਹਮੇਸ਼ਾ ਗੱਲ ਕੀਤੀ ਆ ਕਿ ਸਾਡੇ ਹੀ ਉਹ ਲੋਕ ਆ ਜਿਹੜੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਕਹਿੰਦੇ ਸੀ ਕਾਂਗਰਸ ਜਲਤਾ ਹੁਆ ਮਹਿਲ ਹੈ, ਹੈਨਾ, ਤੇ ਉਹੀ ਜਲਤੇ ਹੋਏ ਮਹਿਲ ਨੂੰ ਅਸੀਂ ਮੁੜ ਕੇ ਉਹਦੀ ਅੱਗ ਵੀ ਅਸੀਂ ਬੁਝਾਉਂਦੇ ਆ, ਉਹਨੂੰ ਜਿਹੜਾ ਉਸਾਰਦੇ ਵੀ ਅਸੀਂ ਆ, ਵੱਡਾ ਮਹਿਲ ਵੀ ਅਸੀਂ ਬਣਾਉਂਦੇ ਆ। ਤਾਂ ਫਿਰ ਅਸੀਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਪੈਰੋਕਾਰ ਥੋੜੀ ਹੋ ਸਕਦੇ। ਅਸੀਂ ਸਾਡਾ ਡਬਲ ਸਟੈਂਡਰਡ ਜਿਹੜਾ ਆ, ਜਿੰਨਾ ਚਿਰ ਸਾਡਾ ਇੱਕ ਸਪਸ਼ਟ ਸਟੈਂਡ ਕਿਸੇ ਵੀ ਗੱਲ ਦੇ ਲਈ, ਤੁਹਾਡਾ ਜਿੰਨੀ ਦੇਰ ਕੋਈ ਤੁਹਾਡਾ ਸਪਸ਼ਟ ਸਟੈਂਡ ਨਹੀਂ ਹੁੰਦਾ ਕਿਸੇ ਗੱਲ ਲਈ, ਜੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀ ਆਈਡੀਓਲੋਜੀ ਨੂੰ ਮੰਨਦੇ ਤਾਂ ਇਕੱਲੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀ ਆਈਡੀਓਲੋਜੀ ਨੂੰ ਹੀ ਮੰਨੋ। ਸਾਡੀਆਂ ਮਾਤਾਵਾਂ ਭੈਣਾਂ ਕਿਸੇ ਡੇਰੇ, ਕਦੀ ਕਿਸੇ ਡੇਰੇ, ਕਦੀ ਕਿਸੇ ਡੇਰੇ, 7 ਦਿਨ ਅਸੀਂ ਬਿਜ਼ੀ ਹੁੰਦੇ ਹਾਂ। ਰੋਜ਼ ਵਿਚਾਰਧਾਰਾ ਸਾਡੀ ਬਦਲਦੀ ਆ। ਬਾਬਾ ਸਾਹਿਬ ਦੇ ਜਨਮ ਦਿਨ ਤੇ ਵੀ ਜਾਣਾ, ਅਸੀਂ ਪਹਾੜਾਂ ਵੱਲ ਨੂੰ ਵੀ ਜਾਣਾ, ਅਸੀਂ ਮਤਲਬ ਕਿ ਸਾਰੇ ਹੀ ਪਾਸੇ ਸਾਡੀਆਂ ਵੀ ਬਣੇ। ਉਹ ਜਿਹੜਾ ਸਾਡਾ ਸਟੈਂਡਰਡ ਆ, ਹਨਾ, ਜਿਹੜਾ ਸਾਡਾ ਨੌਨ ਸਟੈਂਡਰਡ ਆ ਸਾਡਾ, ਉਹ ਜਿਹੜਾ ਉਹੀ ਸਾਨੂੰ ਜਿਹੜਾ ਆ ਉਹ ਧਾਰਮਿਕ ਕ੍ਰਾਂਤੀ ਜਾਂ ਰਾਜਨੀਤਿਕ ਕ੍ਰਾਂਤੀ ਲਿਆਉਣ ਤੋਂ ਰੋਕ ਰਿਹਾ।
ਉਹ ਇੱਕ ਵੱਡੀ, ਕਿਉਂਕਿ ਅਸੀਂ ਇੱਕ ਸਪਸ਼ਟ ਸਟੈਂਡ ਹੀ ਨਹੀਂ ਬਣਾਇਆ ਵੀ ਵਾਟ ਵੀ ਹੈਵ ਟੂ ਡੂ। ਔਰ ਜਿੱਦਾਂ ਹੁਣ ਅਸੀਂ ਸਾਡੇ ਪਿੰਡ ਦੀ ਐਜੂਕੇਸ਼ਨ, ਸਾਡੀ ਜਿਹੜੀ ਕਮਿਊਨਿਟੀ ਹੈਗੀ ਉਹਨਾਂ ਨੇ ਇੱਕ ਸਟੈਂਡ ਕਿਸੇ ਚੀਜ਼ ਲਈ ਵੀ ਜਦੋਂ ਬਣਾ ਲਿਆ ਅਸੀਂ ਉਹਨੂੰ ਲਾਗੂ ਕਰਦੇ ਹਾਂ। ਕਿਆ ਬਾਤ। ਜੇ ਅਸੀਂ ਕੋਈ ਪੰਚਾਇਤੀ ਜ਼ਮੀਨ ਦੀ ਗੱਲ ਕੀਤੀ ਹੈ, ਜਾਂ ਅਸੀਂ ਕੋਈ ਸ਼ਰਾਬ ਦੇ ਠੇਕੇ ਦੀ ਗੱਲ ਕੀਤੀ ਹੈ, ਜਾਂ ਅਸੀਂ ਕੋਈ ਵੀ ਕਿਤੇ ਵੀ ਜਿੱਥੇ ਵੀ ਸਾਨੂੰ ਲੱਗਦਾ ਵੀ ਸਾਡੇ ਕਿਤੇ ਵਧੀਕੀ ਹੋ ਰਹੀ ਹੈ, ਸਾਡੇ ਪਿੰਡ ਨਾਲ ਹੋ ਰਹੀ ਹੈ, ਜਾਂ ਸਾਡੀ ਕਮਿਊਨਿਟੀ ਨਾਲ ਹੋ ਰਹੀ ਹੈ, ਸਾਡੇ ਲੋਕਾਂ ਨਾਲ ਹੋ ਰਹੀ ਹੈ, ਉੱਥੇ ਸਪਸ਼ਟ ਸਟੈਂਡ ਬਣਾ ਕੇ ਇੱਕ ਮਤਾ ਪਾ ਕੇ ਉੱਥੇ ਖੜ ਜਾਂਦੇ ਹਾਂ। ਉੱਥੇ ਖੜੇ ਹੋ ਜਾਣਾ ਚਾਹੀਦਾ, ਫਿਰ ਇਹ ਜਿਹੜੀ ਆ ਉਹ ਕ੍ਰਾਂਤੀ ਜਿਹੜੀ ਆ ਸਕਦੀ। ਬਿਲਕੁਲ ਜੀ, ਇਹ ਕ੍ਰਾਂਤੀ ਤਦੀ ਹੈਗੀ ਜੇ ਸਾਡਾ ਕੋਈ ਨਿਸ਼ਾਨਾ ਹੋਊਗਾ, ਸਾਡਾ ਟੀਚਾ ਹੋਊਗਾ, ਸਾਡਾ ਕੋਈ ਮਿਸ਼ਨ ਹੋਊਗਾ। ਕੀ ਕਹਿਣਾ ਚਾਹੋਗੇ, ਜਿਵੇਂ ਬਾਬਾ ਸਾਹਿਬ ਭੀਮ ਰਾਓ ਡਾਕਟਰ ਅੰਬੇਡਕਰ ਜੀ ਦਾ ਜਿਹੜਾ ਜਨਮ ਦਿਨ ਹੈ 14 ਅਪ੍ਰੈਲ ਨੂੰ ਆ ਰਿਹਾ, ਸਭ ਨੇ ਮਨਾਉਣਾ ਵੀ ਹੈ, ਤੇ ਸਾਨੂੰ ਕਿੱਦਾਂ ਦਾ ਇਹ ਟੀਚਾ ਤੈਅ ਕਰਨਾ ਚਾਹੀਦਾ ਤਾਂ ਕਿ ਬਾਬਾ ਸਾਹਿਬ ਭੀਮ ਰਾਓ ਡਾਕਟਰ ਅੰਬੇਡਕਰ ਜੀ ਦਾ ਜਿਹੜਾ ਮਿਸ਼ਨ ਹੈ ਉਹ ਪੂਰਾ ਹੋ ਸਕੇ। ਉਹਨਾਂ ਨੇ ਸਾਡੇ ਲਈ ਪਰਿਵਾਰ ਵਾਰਿਆ, ਉਹਨਾਂ ਨੇ ਆਪਣਾ ਸਾਰਾ ਜੀਵਨ ਵਾਰ ਦਿੱਤਾ ਹੈ, ਬੜੀਆਂ ਕੁਰਬਾਨੀਆਂ ਕੀਤੀਆਂ ਸਾਡੇ ਵਾਸਤੇ। ਪੂਰਾ ਜੀਵਨ ਉਹਨਾਂ ਨੇ ਅੱਛੀ ਜ਼ਿੰਦਗੀ ਬਤੀਤ ਕਰ ਸਕਦੇ ਸੀ, ਜਿਵੇਂ ਉਹਨਾਂ ਕੋਲ ਐਜੂਕੇਸ਼ਨ ਸੀ, ਪੜ੍ਹਾਈ ਸੀ, ਉਹਨਾਂ ਕੋਲ ਸੁੱਖ ਸਾਧਨ ਸੀ, ਪਰ ਉਹਨਾਂ ਨੇ ਸਮਾਜ ਦੇ ਵਾਸਤੇ ਸਾਰਾ ਕੁਰਬਾਨ ਕੀਤਾ ਹੈ। ਕੀ ਕਹਿਣਾ ਚਾਹੋਗੇ, ਜਨਮ ਦਿਨ ਮਨਾਉਣ ਦਾ ਤਦ ਹੀ ਫਾਇਦਾ ਹੈ ਜੇ ਅਸੀਂ ਉਹਨਾਂ ਦੇ ਮਿਸ਼ਨ ਨੂੰ ਅੱਗੇ ਜਾਂ ਮਿਸ਼ਨ ਨੂੰ ਪੂਰਾ ਕਰਨ ਦੇ ਲਈ ਉਪਰਾਲੇ ਕਰਨੇ ਚਾਹੀਦੇ। ਕੀ ਟੀਚਾ ਮਿੱਥਣ ਸਾਡੇ ਸਮਾਜ ਦੇ ਲੋਕ? ਅਸਲ 'ਚ ਸਾਡੇ ਸਮਾਜ ਦੇ ਜਿੰਨੇ ਵੀ ਬੁੱਧੀਜੀਵੀ ਆ, ਜਿੰਨੇ ਵੀ ਲਿਖਾਰੀ ਆ, ਜਿੰਨੇ ਵੀ ਕੋਈ ਐਕਟਿਵਿਸਟ ਹੈਗੇ ਆ, ਚਾਹੇ ਆਰਗੇਨਾਈਜੇਸ਼ਨਸ ਕੋਈ ਵੀ ਹੋਵੇ ਸਾਡੇ ਸਮਾਜ ਦੀ, ਚਾਹੇ ਸਤਿਗੁਰੂ ਰਵਿਦਾਸ ਮਹਾਰਾਜ ਜੀ, ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇੱਕ ਪ੍ਰੋਗਰਾਮ ਬਣਾ ਕੇ ਆਪਣਾ ਇੱਕ ਲਕਸ਼ ਜਿਹੜਾ ਆ ਉਹ ਫਾਈਨਲ ਕਰ ਦੇਣਾ ਚਾਹੀਦਾ। ਜਿੰਨੇ ਵੀ ਲੋਕਾਂ ਨੇ, ਜੇ ਕਿਸੇ ਨੇ ਜਿਹੜਾ ਕੋਈ 10 ਕਿਤਾਬਾਂ ਲਿਖੀਆਂ, ਉਹ ਸੋਚੇ ਕਿ ਜੋ ਮੈਂ ਇਹਦੇ ਵਿੱਚ ਲਿਖਿਆ ਇਹਨੂੰ ਮੈਂ ਲਾਗੂ ਕਰਾਉਣਾ। ਜੇ ਕਿਸੇ ਨੇ 20 ਲਿਖੀਆਂ, ਉਹਨੂੰ ਇਹ ਲੱਗੇ ਕਿ ਮੈਂ ਚਾਹੇ 1 by 1 ਕਰਾਵਾਂ, ਮੈਂ ਡੋਰ ਟੂ ਡੋਰ ਹੋ ਜਾਵਾਂ, ਮੈਂ ਗਲੀ ਟੂ ਗਲੀ ਹੋ ਜਾਵਾਂ, ਮੈਂ ਪਿੰਡ ਟੂ ਪਿੰਡ, ਸ਼ਹਿਰ ਟੂ ਸ਼ਹਿਰ ਜਿਹੜਾ ਆ ਉਹ ਹੋ ਜਾਵਾਂ। ਤੁਸੀਂ ਦੇਖਿਆ ਹੋਊਗਾ ਬਹੁਤ ਸਾਰੇ ਲੋਕ ਆਪਣੇ ਧਰਮ ਦਾ ਪ੍ਰਚਾਰ ਕਰਨ ਲਈ ਇੱਕ ਡੈਪੂਟੇਸ਼ਨ ਬਣਾ ਕੇ 5-5 7 ਤੋਂ ਡੋਰ ਟੂ ਡੋਰ ਜਾ ਰਹੇ ਆ। ਲੇਕਿਨ ਤੁਸੀਂ ਕਦੀ ਨਹੀਂ ਇਹ ਦੇਖਿਆ ਹੋਣਾ ਕਿ ਸਾਡੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੂੰ ਮੰਨਣ ਵਾਲੇ ਲੋਕ ਜਿਹੜੇ ਆ, ਕਦੀ ਉਹ ਡੋਰ ਟੂ ਡੋਰ ਜਾ ਰਹੇ ਆ, ਜਾਂ ਉਹ ਕਦੀ ਗਲੀ ਗਲੀ 'ਚ ਪ੍ਰੋਗਰਾਮ ਕਰ ਰਹੇ ਆ, ਜਾਂ ਸ਼ਹਿਰ 'ਚ ਕਦੇ ਪ੍ਰੋਗਰਾਮ ਕਰ ਰਹੇ ਆ। ਬਾਬਾ ਸਾਹਿਬ ਜੀ ਦਾ ਜਨਮ ਦਿਨ ਜ਼ਰੂਰ ਮਨਾ ਰਹੇ ਹਾਂ ਅਸੀਂ, ਲੇਕਿਨ ਬਾਬਾ ਸਾਹਿਬ ਜੀ ਦਾ ਜਨਮ ਦਿਨ ਇਸ ਵਾਰ ਵੀ ਮੈਂ ਚਾਹੂੰਗਾ ਵੀ ਇੱਦਾਂ ਦਾ ਇੱਕ ਵਧੀਆ ਤਰੀਕੇ ਜਿਹਦੇ ਲਈ ਅਸੀਂ ਕੋਈ ਪ੍ਰਣ ਲੈ ਲਈਏ, ਜਿਹਦੇ ਲਈ ਕੋਈ ਕਮਿਟਡ ਹੋ ਜਾਈਏ ਅਸੀਂ, ਜਿਹਦੇ ਲਈ ਅਸੀਂ ਕੋਈ ਨੌਜਵਾਨ ਪੀੜ੍ਹੀ ਆ ਸਾਡੀ, ਉਹਨੂੰ ਪੜ੍ਹਾਉਣ ਦਾ, ਉਹ ਪ੍ਰਚਾਰ ਪ੍ਰਸਾਰ ਕਰਨ ਦਾ ਐਸਾ ਇੱਕ ਵਧੀਆ ਯੋਗ ਜਿਹੜਾ ਤਰੀਕਾ ਬਣਾ ਕੇ ਅਸੀਂ ਉਹਦੇ ਵਿੱਚ ਲੋਕਾਂ ਨੂੰ, ਹਜੇ 1 ਸਾਲ ਪਿਆ ਬਹੁਤ ਹੁੰਦਾ, ਕਿਉਂਕਿ ਦੁਨੀਆ ਭਰੀ ਪਈ ਹੈ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੂੰ ਮੰਨਣ ਵਾਲੇ। ਲੇਕਿਨ ਹਰ ਚੀਜ਼ ਲਈ ਰਾਈਟ ਟਾਈਮ, ਰਾਈਟ ਡਾਇਰੈਕਸ਼ਨ, ਰਾਈਟ ਐਨਰਜੀ ਔਰ ਰਾਈਟ ਫਾਈਨੈਂਸ ਜਿਹੜਾ ਆ ਉਹਦੀ ਲੋੜ ਹੁੰਦੀ ਹੈ। ਇਸ ਚੀਜ਼ ਦੇ ਨਾਲ ਦੁਨੀਆ ਦਾ ਹਰ ਜਿਹੜਾ ਫਾਰਮੂਲਾ, ਹਰ ਜਿੰਦਰਾ ਜਿਹੜਾ ਆ ਉਹ ਇਸ ਫਾਰਮੂਲੇ ਰਾਹੀਂ ਖੋਲਿਆ ਜਾ ਸਕਦਾ। ਹਜੇ ਕੋਈ ਬਹੁਤੀ ਜਿੱਦਾਂ ਕਹਿ ਲਓ, ਬਸ ਹੁਣ ਜਿੱਦਾਂ ਕਹਿ ਲਓ ਵੀ ਲੱਗ ਗਈ ਆ ਆਪਾਂ, ਹਜੇ ਵੀ ਜਿਹੜਾ ਅਸੀਂ ਜੇ ਇਸ ਕੰਮ ਨੂੰ ਆਪਾਂ ਕਰੀਏ, ਸਾਰੇ ਜਣੇ ਬੁੱਧੀਜੀਵੀ ਇਕੱਠੇ ਹੋ ਕੇ, ਲਿਖਾਰੀ, ਪੱਤਰਕਾਰ, ਸਾਰੀ ਦੁਨੀਆ ਇਕੱਠੀ ਹੋ ਜਾਈਏ, ਤਾਂ ਆਪਾਂ ਸਾਰੇ ਇਕੱਠੇ ਹੋ ਕੇ ਜਿਹੜਾ ਆ ਇਸ ਫਾਰਮੂਲੇ ਨੂੰ ਅੱਗੇ ਜਿਹੜਾ ਆ ਲਿਜਾਉਣ ਵਿੱਚ ਆਪਾਂ ਕਾਮਯਾਬ ਹੋ ਸਕਦੇ ਹਾਂ, ਅਗਰ ਆਪਾਂ ਪਲਾਨ ਕਰੀਏ। ਬਿਲਕੁਲ ਜੀ, ਪੁਰਾਣੇ ਸਮਿਆਂ ਦੇ ਵਿੱਚ ਜਦੋਂ ਕਣਕ ਵੱਢੀ ਜਾਂਦੀ ਸੀ ਹੱਥਾਂ ਦੇ ਨਾਲ, ਤੇ ਇੱਕ ਇੱਕ ਰੁੱਗ ਵੱਢ ਕੇ ਇੱਦਾਂ ਰੱਖਿਆ ਜਾਂਦਾ ਸੀ, ਆਪਾਂ ਸਾਰਿਆਂ ਨੇ ਦੇਖਿਆ ਹੈਗਾ, ਬਹੁਤਿਆਂ ਨੇ ਵੱਢੀ ਕੀਤੀ ਵੀ ਹੈ। ਉਸ ਤੋਂ ਬਾਅਦ ਕਲਾਵੇ ਇਕੱਠੇ ਕੀਤੇ ਜਾਂਦੇ ਸੀ, ਭਰੀਆਂ ਬੰਨੀਆਂ ਜਾਂਦੀਆਂ ਸੀ, ਭਰੀਆਂ ਬੰਨਣ ਤੋਂ ਬਾਅਦ ਖੜੀ ਲਾ ਦਿੱਤੀ ਜਾਂਦੀ ਸੀਗੀ। ਹੁਣ ਭਰੀਆਂ ਬੰਨੀਆਂ ਗਈਆਂ ਨੇ, ਗੱਲ ਖੜੀ ਲਾਉਣ ਵਾਲੀ ਹੈ, ਗੱਲ ਇਕੱਠੇ ਹੋਣ ਵਾਲੀ ਗੱਲ ਹੈ। ਉਹ ਸਮਾਜਿਕ ਤੌਰ ਤੇ, ਧਾਰਮਿਕ ਤੌਰ ਤੇ, ਰਾਜਨੀਤਿਕ ਤੌਰ ਤੇ ਸਾਡੀਆਂ ਵੱਖ-ਵੱਖ ਢੇਰੀਆਂ ਤਾਂ ਹੈਗੀਆਂ, ਪਲੇਟਫਾਰਮ ਇੱਕ ਤੇ ਜੇ ਕਿਤੇ ਇਕੱਠੇ ਹੋ ਗਏ ਉਦੋਂ ਤੁਹਾਡਾ ਰਾਜ ਵੀ ਆ ਜਾਏਗਾ। ਤੇ ਆਖਰ ਤੇ ਕੀ ਕਹਿਣਾ ਚਾਹੋਗੇ ਚੰਦ ਸ਼ਬਦਾਂ ਦੇ ਵਿੱਚ, ਤਾਂ ਕਿ ਬਾਬਾ ਸਾਹਿਬ ਭੀਮ ਰਾਓ ਡਾਕਟਰ ਅੰਬੇਡਕਰ ਜੀ ਦਾ ਜਿਹੜਾ ਮਿਸ਼ਨ ਹੈ ਹੋਰ ਅੱਗੇ ਵੱਧ ਸਕੇ, ਚੰਦ ਮਿੰਟਾਂ ਦੇ ਵਿੱਚ? ਬਸ ਇਹੀ ਸਾਰੇ ਸਰੋਤਿਆਂ ਨੂੰ ਬੇਨਤੀ ਕਰਨਾ ਚਾਹੂੰਗਾ ਕਿ ਤੁਸੀਂ ਜਿੱਥੇ ਜਿੱਥੇ ਵੀ ਬੈਠੇ ਹੋ, ਜਿੱਥੇ ਜਿੱਥੇ ਵੀ ਤੁਹਾਡੇ ਰਿਲੇਟਿਵ ਬੈਠੇ ਆ, ਜਿੱਥੇ ਜਿੱਥੇ ਵੀ ਤੁਹਾਡੇ ਸੱਜਣ ਮਿੱਤਰ ਆਪਾਂ ਸਾਰੇ ਬੈਠੇ ਆ, ਆਪਾਂ ਸਾਰੇ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਵੱਡੀ ਜਿਹੜੀ ਬੀਜੇਪੀ ਦੀ ਹਨੇਰੀ ਤੂਫਾਨ ਜਿਹੜਾ ਉਹ ਪੰਜਾਬ ਵੱਲ ਨੂੰ ਵੱਧ ਰਿਹਾ, ਮੈਂ ਮਜ਼ਦੂਰਾਂ ਤੇ ਗੱਲ ਕਰਨੀ ਚਾਹੂੰਗਾ ਜ਼ਰੂਰ 1 ਮਿੰਟ ਵਾਸਤੇ ਆਖਰ ਦੇ ਵਿੱਚ, ਕਿਉਂਕਿ ਦੇਖੋ ਮਜ਼ਦੂਰਾਂ ਦੇ ਉੱਤੇ ਐਡਾ ਵੱਡਾ ਹਮਲਾ ਕੀਤਾ ਗਿਆ, ਕਿਸੇ ਵੀ ਰਾਜਸੀ ਪਾਰਟੀ ਨੇ
ਮਜ਼ਦੂਰਾਂ ਦੇ ਹੱਕ ਵਿੱਚ ਆ ਕੇ ਸਟੈਂਡ ਨਹੀਂ ਲਿਆ। ਕਿਸੇ ਵੀ ਕੋਈ ਨੈਸ਼ਨਲ ਹਾਈਵੇ ਮੈਨੂੰ ਬਲੌਕ ਨਹੀਂ ਦੱਸਿਆ ਕਿ ਮਜ਼ਦੂਰਾਂ ਦਾ ਹੱਕ ਦਿਵਾਓ। ਮਜ਼ਦੂਰ ਜਿਹੜਾ ਆ ਉਹਦੀ ਵੱਡੀ ਭੂਮਿਕਾ ਹੁੰਦੀ ਆ ਕਿਸੇ ਵੀ ਮੁਲਕ ਨੂੰ, ਕਿਸੇ ਵੀ ਦੇਸ਼ ਨੂੰ ਉੱਤੇ ਚੱਕਣ ਵਾਸਤੇ, ਕਿਉਂਕਿ ਅਗਰ ਜਿੰਨਾ ਚਿਰ ਮਜ਼ਦੂਰ ਦਾ ਪਸੀਨਾ ਨਹੀਂ ਪੈਂਦਾ ਤਾਂ ਉਨੀ ਦੇਰ ਜਿਹੜਾ ਆ ਉਹ ਦੇਸ਼ ਜਿਹੜਾ ਉਹ ਤਰੱਕੀ ਨਹੀਂ ਕਰਦਾ। ਕਿਸੇ ਵੀ ਰਾਜਸੀ ਪਾਰਟੀ ਨੇ ਮਜ਼ਦੂਰਾਂ ਵਾਸਤੇ ਸਟੈਂਡ ਨਹੀਂ ਲਿਆ, ਸਰਮਾਏਦਾਰਾਂ ਦੇ ਹੱਕ 'ਚ ਖੜੇ ਰਹੇ। ਹੋਰ ਸਾਲ ਨੂੰ ਇਹਨਾਂ ਨੇ ਸਾਡੇ ਪਿੰਡਾਂ 'ਚ ਆ ਕੇ ਹੁਣ ਮਾਹੌਲ ਬਣਾਇਆ ਜਾਣਾ, ਫਲਾਨੀ ਪਾਰਟੀ ਇੱਦਾਂ, ਫਲਾਨੀ ਇੱਦਾਂ, ਜਿਹੜੇ ਦੱਲੇ ਦਲਾਲ ਲੋਕ, ਬਕਾਊ ਲੋਕ ਆ ਸਾਡੇ ਸਮਾਜ ਦੇ ਵੀ ਉਹਦੇ ਵਿੱਚ ਹੋਣੇ ਆ। ਉਹਨਾਂ ਨੇ ਬੜੀਆਂ ਪਾਰਟੀਆਂ ਦਾ ਪ੍ਰਚਾਰ ਪ੍ਰਸਾਰ ਕਰਦੇ ਫਿਰਨਾ। ਕਾਸ਼ ਜੇ ਕਿਤੇ ਇਹ ਲੋਕ, ਸਾਡੀ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਹੈ ਕਿ ਇਹ ਲੋਕ ਕਿਤੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਦਾ ਇੰਨਾ ਹੱਲੇ ਦੇ ਨਾਲ, ਇੰਨੇ ਉਤਸ਼ਾਹਤ ਤਰੀਕੇ ਦੇ ਨਾਲ ਕਿਤੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦਾ ਪ੍ਰਚਾਰ ਪ੍ਰਸਾਰ ਕਰ ਦੇਣ ਤਾਂ ਕ੍ਰਾਂਤੀ ਜਿਹੜੀ ਆ ਜਾਏਗੀ ਇਸ ਦੇਸ਼ ਦੇ ਅੰਦਰ। ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦਾ ਸੁਪਨਾ ਜਿਹੜਾ ਹੈ ਉਹ ਸਾਕਾਰ ਹੁੰਦਾ ਦਿਸੇਗਾ। ਸਾਹਿਬ ਕਾਂਸ਼ੀ ਰਾਮ ਨੇ ਸਾਰੀ ਜ਼ਿੰਦਗੀ ਲਗਾਈ ਹੈ, ਸਾਹਿਬ ਕਾਂਸ਼ੀ ਰਾਮ ਜੀ ਦਾ ਵੀ ਸੁਪਨਾ ਪੂਰਾ ਹੋਏਗਾ। ਬਹੁਜਨ ਜਿਹੜੇ ਗੁਰੂ ਰਵਿਦਾਸ ਮਹਾਰਾਜ ਜੀ, ਗੁਰੂ ਰਵਿਦਾਸ ਮਹਾਰਾਜ ਜੀ, ਕਬੀਰ ਜੀ, ਸਭ ਲੋਕਾਂ ਨੇ, ਰਹਿਬਰਾਂ ਨੇ, ਗੁਰੂਆਂ ਨੇ, ਪੀਰਾਂ ਨੇ ਇਸ ਭਾਰਤ ਦੇ ਬਹੁਜਨ ਸਮਾਜ ਨੂੰ ਅੱਗੇ ਲਿਜਾਣ ਦੇ ਵਿੱਚ ਇੰਨੀ ਭੂਮਿਕਾ ਜਿਹੜੀ ਆ ਉਹ ਨਿਭਾਈ, ਐਡਾ ਯੋਗਦਾਨ, ਐਡੀਆਂ ਲੜਾਈਆਂ ਲੜੀਆਂ। ਸਾਡੇ ਹਿੱਸੇ ਦੇ ਜਿਹੜੇ ਫਰਜ਼ ਆ ਉਹ ਹੁਣ ਅਦਾ ਕਰਨ ਦੀ ਜਿਹੜੀ ਲੋੜ ਆ, ਮੈਂ ਇਹੀ ਬੇਨਤੀ ਕਰੂੰਗਾ ਕਿ ਪਲੇਟਫਾਰਮ ਤੇ ਇਕੱਠੇ ਹੋ ਜਾਈਏ, ਆਪਣੇ ਮੁਲਕ ਨੂੰ, ਇਸ ਸੂਬੇ ਨੂੰ। ਅਦਰਵਾਈਜ਼ ਜਿਹੜਾ ਭਾਰਤ ਆ ਉਹ ਹਾਈਜੈਕ ਹੋ ਚੁੱਕਾ। ਭਾਰਤ ਦੇ ਅੰਦਰ ਹਰ ਪਾਰਟੀ ਜਿਹੜੀ ਆ ਉਹ ਹਾਈਜੈਕ ਹੋ ਚੁੱਕੀ ਆ। ਸਾਨੂੰ ਜਥੇਬੰਦ ਤਰੀਕੇ ਦੇ ਨਾਲ ਇਕੱਠੇ ਹੋਣ ਦੀ, ਗੈਰ ਰਾਜਨੀਤਿਕ ਜਿਹੜਾ ਬਣਾਉਣ ਦੇ ਲਈ ਅਸੀਂ ਜਿਹੜਾ ਆ ਇਕੱਠੇ ਹੋਣੇ ਸਾਨੂੰ ਚਾਹੀਦਾ। ਬਿਲਕੁਲ ਜੀ, ਇਕੱਠੇ ਹੋਣ ਦੀ ਲੋੜ ਹੈਗੀ ਆ ਸਾਨੂੰ। ਹਾਈਜੈਕ, ਜਿਵੇਂ ਸਰਪੰਚ ਸਾਹਿਬ ਨੇ ਦੱਸਿਆ ਕਿ ਸਾਡਾ ਦੇਸ਼ ਭਾਰਤ ਜਿਹੜਾ ਪੂੰਜੀਪਤੀਆਂ ਦੇ ਵੱਲੋਂ ਹਾਈਜੈਕ ਹੋ ਚੁੱਕਾ ਹੈ। ਕਿਵੇਂ ਉਹ ਹਾਈਜੈਕ ਤੋਂ ਛੁਟਕਾਰਾ ਪਾਉਣ ਦੇ ਵਾਸਤੇ ਤੁਸੀਂ ਦੇਖਦੇ ਹੋ ਕਿ ਦਿੱਲੀ ਨੂੰ ਘੇਰਾ ਪਾ ਕੇ ਬੈਠੇ ਸਾਡੇ ਕਿਸਾਨ ਮਜ਼ਦੂਰ, ਲੰਬੇ ਸਮੇਂ ਤੋਂ ਸੰਘਰਸ਼ ਚੱਲਦਾ, ਕੋਈ ਹੱਥ ਪੱਲੇ ਹਜੇ ਨਹੀਂ ਪੈ ਰਿਹਾ। ਇਹ ਤੋਂ ਭਾਵ ਸਾਫ਼ ਹੈ ਕਿ ਇਹ ਹਾਈਜੈਕ ਹੋ ਚੁੱਕਾ ਹੈ। ਇਹ ਸਰਪੰਚ ਸਾਹਿਬ ਉਹਨਾਂ ਨੇ ਬੜੀ ਤਰਕ ਦੇ ਨਾਲ ਗੱਲ ਕੀਤੀ ਹੈ। ਅੱਜ ਲੋੜ ਹੈ ਇਹ ਜਿਹੜੀ ਗੱਲ ਨੂੰ ਬਾਬਾ ਸਾਹਿਬ ਭੀਮ ਰਾਓ ਡਾਕਟਰ ਅੰਬੇਡਕਰ ਜੀ ਨੇ ਟਣਕਾ ਕੇ ਦੇਖਿਆ ਸੀ, ਅਸੀਂ ਉਹੀ ਦੁਬਾਰਾ ਟਣਕਾ ਕੇ ਦੇਖਦੇ ਹਾਂ। ਉਹ ਵੱਖ-ਵੱਖ, ਜਿਵੇਂ ਸਰਪੰਚ ਸਾਹਿਬ ਨੇ ਕਿਹਾ ਸੀਗਾ ਕਿ ਅਸੀਂ ਸੋਮਵਾਰ ਨੂੰ ਹੋਰ ਡੇਰੇ ਜਾਂਦੇ ਹਾਂ, ਮੰਗਲਵਾਰ ਨੂੰ ਹੋਰ ਪੀਰਾਂ ਦੀ ਜਗ੍ਹਾ ਤੇ ਜਾਂਦੇ ਹਾਂ, ਅਸੀਂ ਬੁੱਧਵਾਰ ਨੂੰ ਕਿਸੇ ਪਹਾੜਾਂ ਵੱਲ ਤੁਰੇ ਹੁੰਦੇ ਹਾਂ, ਤਾਂ ਵੀਰਵਾਰ ਨੂੰ ਕਿਸੇ ਦਰਿਆ ਵੱਲ ਨੂੰ ਤੁਰੇ ਹੋ ਜਾਂਦਾ, ਉਜਾੜਾਂ ਵੱਲ ਨੂੰ ਤੁਰੇ ਹੁੰਦੇ ਹਾਂ। ਸਾਨੂੰ ਇਹ ਬਾਬਾ ਸਾਹਿਬ ਭੀਮ ਰਾਓ ਡਾਕਟਰ ਅੰਬੇਡਕਰ ਜੀ ਨੇ ਕੋਈ ਟਿਕਾਣਾ, ਕੋਈ ਮਿਸ਼ਨ ਦੱਸਿਆ, ਸਤਿਗੁਰੂ ਰਵਿਦਾਸ ਨੇ ਕੋਈ ਮਿਸ਼ਨ ਦੱਸਿਆ ਹੈਗਾ। ਅਸੀਂ ਉਹਨਾਂ ਦੇ ਜਨਮ ਦਿਨ, ਪ੍ਰਕਾਸ਼ ਪੁਰਬ ਸਿਰਫ ਮਨਾਉਂਦੇ ਹੀ ਹਾਂ, ਉਹਨਾਂ ਦੀ ਗੱਲ ਨਹੀਂ ਮੰਨਦੇ। ਅੱਜ ਸਾਨੂੰ ਟਣਕਾ ਕੇ ਦੇਖਣ ਦੀ ਲੋੜ ਨਹੀਂ ਹੈ, ਸਿੱਧਾ ਹੀ ਉਹਨਾਂ ਦੇ ਪਾਏ ਪੂਰਨੇ ਤੇ ਸਿੱਧੀ ਉਹਨਾਂ ਦੀ ਖਿੱਚੀ ਲੀਕ ਤੇ ਸਾਨੂੰ ਤੁਰਨ ਦੀ ਲੋੜ ਹੈ। ਤਦ ਹੀ ਇਹ ਸਤਿਗੁਰੂ ਰਵਿਦਾਸ ਮਹਾਰਾਜ ਜੀ, ਬਾਬਾ ਸਾਹਿਬ ਭੀਮ ਰਾਓ ਡਾਕਟਰ ਅੰਬੇਡਕਰ ਜੀ, ਸਾਰੇ ਰਹਿਬਰਾਂ ਦਾ ਮਿਸ਼ਨ ਪੂਰਾ ਤਦ ਹੋ ਸਕਦਾ, ਸਾਡੇ ਵਿੱਚ ਤਰੱਕੀ ਤਾਂ ਆ ਸਕਦੀ ਹੈ। ਅੱਜ ਦੇਖਣ ਨੂੰ ਪਵੇ ਇਹ ਸਾਡੇ ਬਹੁਤ ਵੱਡੇ ਮਹਿਲ ਨੇ, ਗੱਡੀਆਂ ਘਰਾਂ ਦੇ ਵਿੱਚ ਨੇ, ਪਰ ਆਉਣ ਵਾਲਾ ਸਮਾਂ ਖੋਖਲਾਪਨ ਦਿਖਾਈ ਦੇ ਰਿਹਾ ਹੈ। ਇਹ ਸਾਰੇ ਪੂੰਜੀ ਸਾਡੇ ਜਿਹੜੇ ਬੁੱਧੀਜੀਵੀ ਵਰਗ ਹੈਗਾ, ਸਭ ਨੂੰ ਚਿੰਤਾ ਹੈ, ਪਰ ਕੀ ਕੀਤਾ ਜਾਵੇ। ਸਮਾਜ ਜਿਹੜਾ ਹੈ ਉਹ ਵੱਖ-ਵੱਖ ਡੇਰਿਆਂ ਦੇ ਗੁਲਾਮ ਹੈ, ਵੱਖ-ਵੱਖ ਰਾਜਨੀਤਿਕ ਧਿਰਾਂ ਦੇ ਗੁਲਾਮ ਹੈ, ਵੱਖ-ਵੱਖ ਹੋਰ ਸੰਸਥਾਵਾਂ ਦੇ ਗੁਲਾਮ ਹੈ। ਲੋੜ ਹੈ ਅੱਜ ਸਾਨੂੰ ਇਕੱਠੇ ਹੋਣ ਦੀ। ਜਿਹੜੀ ਗੱਲ 1 ਅਪ੍ਰੈਲ ਨੂੰ ਕੇਂਦਰ ਸਰਕਾਰ ਦੇ ਵੱਲੋਂ ਮਜ਼ਦੂਰਾਂ ਦੇ ਹੱਕ ਦੇ ਵਿੱਚ ਜਿਹੜਾ ਕਾਨੂੰਨ ਲਾਗੂ ਕੀਤਾ ਹੈ, ਉਹ ਬੜਾ ਇੱਕ ਵਾਰ ਇੱਕ ਕਮੇਡੀ ਦੇ ਵਿੱਚ ਸੁਣਿਆ ਸੀ। ਕੋਈ ਮਜ਼ਦੂਰ ਆਪਣੇ ਮਾਲਕ ਦੇ ਕੋਲ ਗਿਆ, ਮਾਲਕ ਨੂੰ ਕਹਿੰਦਾ ਜੀ ਮੈਂ ਲੰਬਾ ਸਮਾਂ ਹੋ ਗਿਆ ਜੀ ਤੁਹਾਡੇ ਕੋਲ ਕੰਮ ਕਰਦੇ ਨੂੰ, ਵੀ ਮੇਰੀ ਦਿਹਾੜੀ ਵਧਾ ਦਿਓ। ਜਾ ਕਹਿੰਦਾ ਤੂੰ ਕਦ ਕਹਿਣਾ ਆ, ਤੇਰੀ 8 ਘੰਟੇ ਤੋਂ 12 ਘੰਟੇ ਕੀਤੀ, ਪੈਸੇ ਨਹੀਂ ਵਧਾਏ, ਉਹਦੀ ਦਿਹਾੜੀ ਵਧਾਤੀ, ਘੰਟੇ ਵਧਾਤੀ। ਉਹੀ ਹਾਲ ਸਾਡੇ ਨਾਲ ਜਿਹੜਾ ਵਾਅਦੇ ਕੀਤੇ ਸੀਗੇ ਸਰਕਾਰੀ ਨੌਕਰੀ ਦੇ, ਜਾਂ ਕੇਂਦਰ ਵੱਲੋਂ ਵਾਅਦੇ ਕੀਤੇ ਸੀ ਤੁਹਾਡੇ ਖਾਤਿਆਂ ਦੇ ਵਿੱਚ 15-15 ਲੱਖ ਨਹੀਂ ਪਾਇਆ, ਸਾਡੇ ਘੰਟੇ ਦਿਹਾੜੀ ਦੇ ਵਧਾ ਦਿੱਤੇ। ਇਹਨੂੰ ਸਮਝਣ ਦੀ ਲੋੜ ਹੈ ਵੀ ਵਧਾਏ ਕਿਹੜੇ ਤਰੀਕੇ ਦੇ ਨਾਲ। ਇਹ ਸਾਨੂੰ ਵਿਚਾਰਾਂ ਕਰਨੀਆਂ ਪੈਣਗੀਆਂ, ਸਾਨੂੰ ਇਕੱਠੇ ਹੋਣਾ ਪਏਗਾ, ਸਾਨੂੰ ਸਿਰ ਜੋੜ ਕੇ ਗੱਲਾਂ ਕਰਨੀਆਂ ਪੈਣਗੀਆਂ। ਆਓ ਸੱਚੀ ਮੁੱਚੀ ਅਸੀਂ ਡਾਕਟਰ ਅੰਬੇਡਕਰ ਜੀ ਦੇ ਜਨਮ ਦਿਨ ਤਾਂ ਮਨਾਣੇ ਆ, ਉਦੋਂ ਇਕੱਠੇ ਵੀ ਹੋਣਾ, ਕਿਤੇ ਇਹੀ ਵਿਚਾਰਾਂ ਕਰ ਲਈਏ ਜੀ, ਇਹੀ ਵਿਚਾਰਾਂ ਕਰ ਲਈ ਤਾਂ ਸ਼ਾਇਦ ਬਾਬਾ ਸਾਹਿਬ ਭੀਮ ਰਾਓ ਡਾਕਟਰ ਅੰਬੇਡਕਰ ਜੀ ਤੁਹਾਡੇ ਤੇ ਖੁਸ਼ ਹੋਣਗੇ, ਤੁਹਾਡੇ ਤੇ ਕਿਰਪਾ ਕਰਨਗੇ, ਤੇ ਉਹ ਜਿਹੜੇ ਅਧਿਕਾਰ ਦਿੱਤੇ ਨੇ ਉਹਨਾਂ ਨੂੰ ਆਪਾਂ ਸਾਂਭ ਕੇ ਰੱਖ ਲਈਏ, ਬਚਾ ਲਈਏ, ਤੇ ਉਹ ਅਧਿਕਾਰ ਹੀ ਜੇ ਕਿਤੇ ਸਾਡੇ ਕੋਲ ਆ ਜਾਣ ਤਾਂ ਸਾਡੇ ਘਰਾਂ ਦੇ ਵਿੱਚ ਤਰੱਕੀ ਹੋ ਸਕਦੀ, ਖੁਸ਼ਹਾਲੀ ਹੋ ਸਕਦੀ। ਬਹੁਤ ਬਹੁਤ ਤੁਹਾਡਾ ਧੰਨਵਾਦ ਜੀ। ਤੁਹਾਡਾ ਵੀ ਧੰਨਵਾਦ ਜੀ ਸਰਪੰਚ ਸਾਹਿਬ, ਤੁਸੀਂ ਬਹੁਤ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਦਿੱਤਾ ਜੀ। ਧੰਨਵਾਦ। ਜੈ ਭੀਮ, ਜੈ ਭੀਮ, ਜੈ ਭਾਰਤ।